ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ। ਮਾਝ ਮਹੱਲਾ ਪੰਜਵਾ। ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ। ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗ ਮਨ ਲੀਨਾ ਜੀਓ। ਤੂੰ ਜਲ ਨਿਧ ਹਮ ਮੀਨ ਤੁਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਪਿਆਰ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਿਸ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਪ੍ਰਥਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਵਚਨ ਹਨ, ਜੋ ਗੁਰਸਿੱਖ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਕਥਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਜਲ ਜਸ ਸੁਣ ਕੇ ਹਿਰਦੇ ਅੰਦਰ ਮੰਨ ਲੈਂਦੇ ਆ, ਉਹਨਾਂ ਤੋਂ ਅਸੀਂ ਸਦਾ ਹੀ ਕੁਰਬਾਨ ਜਾਂਦੇ ਹਾਂ। ਕਿੰਨੇ ਵੱਡੇ ਭਾਗ ਹਨ ਮਹਾਰਾਜ ਸੱਚੇ ਪਾਤਸ਼ਾਹੀ ਦੇ ਜਸ ਸੁਣ ਕੇ ਹਿਰਦੇ ਅੰਦਰ ਧਾਰਨ ਕਰਨੇ ਦੇ। ਜਿਨ ਜਨ ਸੁਣੀ ਮੰਨੀ ਹੈ ਜਿਨ ਜਨ, ਤਿਸ ਜਨ ਕੈ ਹਉ ਕੁਰਬਾਨੰਤੀ। ਮਹਾਰਾਜ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਆਓ ਸਾਧ ਸੰਗਤ ਜੀ ਪਿਆਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਤੂੰ ਜਲ ਨਿਧ ਹਮ ਮੀਨ ਤੁਮਾਰੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਇਸ ਪਾਵਨ ਸ਼ਬਦ ਦੀ ਵਿਚਾਰ ਅੰਦਰ ਜਗਿਆਸੂ ਮੁਖ ਦੁਆਰਾ ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀਆਂ ਕੀਤੀਆਂ ਨੇ। ਜਗਿਆਸੂ ਕਿਸ ਨੂੰ ਕਿਹਾ ਜਾਂਦਾ? ਜਿਸ ਦੇ ਮਨ ਵਿੱਚ ਪਰਮਾਤਮਾ ਦੇ ਨਾਲ ਮਿਲਣੇ ਦੀ ਆਸਾ ਜਾਗੀ ਹੋਵੇ, ਜਗਤ ਤੋਂ ਉਪਰਾਮ ਹੋ ਗਿਆ ਹੋਵੇ, ਸੰਸਾਰ ਦੀਆਂ ਆਸਾਂ, ਜਗਤ ਦੇ ਸੁੱਖ ਸਾਰੇ ਮਨ ਵਿੱਚੋਂ ਦੂਰ ਹੋ ਗਏ ਹੋਣ, ਇਹਨਾਂ ਤੋਂ ਉਪਰਾਮ ਹੋ ਕੇ ਕੇਵਲ ਪਰਮੇਸ਼ਰ ਦੀ ਆਸ ਮਨ ਵਿੱਚ ਲਾਈ ਬੈਠਾ ਹੋਵੇ, ਹਰ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੋਵੇ, ਉਸ ਨੂੰ ਜਗਿਆਸੂ ਕਿਹਾ ਜਾਂਦਾ ਹੈ।
ਹਜੂਰ ਨੇ ਜਗਿਆਸੂ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀਆਂ ਕਰ ਰਹੇ ਹਨ। ਤੂੰ ਜਲ ਨਿਧ ਹਮ ਮੀਨ ਤੁਮਾਰੇ। ਹੇ ਪਰਮਾਤਮਾ, ਆਪ ਜੀ ਮਹਾਰਾਜ ਸਮੁੰਦਰ ਦੇ ਜਲ ਦੀ ਤਰ੍ਹਾਂ ਹੋ, ਅਸੀਂ ਮੀਨ ਮੱਛੀ ਦੀ ਤਰ੍ਹਾਂ ਹਾਂ। ਜਿਵੇਂ ਮਹਾਰਾਜ ਮੱਛੀ ਦਾ ਆਸਰਾ ਜੀਵਨ ਹੀ ਪਾਣੀ ਹੁੰਦਾ, ਤਿਵੇਂ ਆਪ ਜੀ ਦੀ ਮਹਾਰਾਜ ਨਾਮ ਰੂਪੀ ਜੋ ਜਲ ਹੈ, ਤੁਹਾਡੀ ਯਾਦ ਸਾਡੇ ਹਿਰਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜੀਵਨ ਹੈ। ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਈਏ ਤੇ ਤੜਪ ਤੜਪ ਕੇ ਮਰ ਜਾਂਦੀ ਹੈ, ਤਿਵੇਂ ਮਹਾਰਾਜ ਤੁਹਾਡੀ ਯਾਦ ਜੇ ਹਿਰਦੇ ਵਿੱਚੋਂ ਵਿਸਰ ਜਾਵੇ ਸਾਡੀ ਆਤਮਿਕ ਮੌਤ ਹੁੰਦੀ ਹੈ। ਇਉਂ ਜੀਵ ਰੂਪ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੱਛੀ ਹੈ ਤੇ ਪਰਮਾਤਮਾ ਅਥਾਹ ਸਮੁੰਦਰ ਦੀ ਤਰ੍ਹਾਂ ਜਲ ਦੀ ਤਰ੍ਹਾਂ ਹੈ। ਜਿੰਨਾ ਜ਼ਿਆਦਾ ਡੂੰਘਾਈ ਵਿੱਚ ਜਲ ਮਿਲੇ, ਮੱਛੀ ਓਨਾ ਜ਼ਿਆਦਾ ਲੰਬੀ ਟੁੱਬੀ ਲਾ ਕਰਕੇ ਤੇ ਆਪਣੇ ਆਪ ਵਿੱਚ ਮਾਣ ਅਤੇ ਖੁਸ਼ੀ ਮਹਿਸੂਸ ਕਰਦੀ ਹੈ, ਪ੍ਰਸੰਨ ਹੁੰਦੀ ਹੈ, ਆਨੰਦ ਮਾਣਦੀ ਹੈ। ਇਵੇਂ ਜਿੰਨਾ ਜ਼ਿਆਦਾ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦੀ ਯਾਦ, ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਜਗਿਆਸੂ ਦੇ ਹਿਰਦੇ ਅੰਦਰ ਲੱਗਦਾ, ਉਹਨਾਂ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ, ਜੋ ਗੁਰਮੁਖ ਪਿਆਰਿਆਂ ਨੇ ਆਪਣੇ ਆਪ ਨੂੰ ਮੱਛੀ ਰੂਪ ਜਾਣ ਕੇ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਕੀਤਾ, ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜੇ ਪਰਮੇਸ਼ਰ ਸਨਮੁਖ ਹੋ ਕਰਕੇ ਉਹਨਾਂ ਜਗਿਆਸੂਆਂ ਨੂੰ ਪੁੱਛੇ, ਹੈ ਜਗਿਆਸੂ ਤੁਹਾਨੂੰ ਸਿੱਖੀ ਦੀ ਦਾਤ ਮਿਲ ਗਈ ਹੈ, ਹੋਰ ਤੁਹਾਨੂੰ ਕੀ ਚਾਹੀਦਾ ਹੈ? ਫਿਰ ਬੇਨਤੀਆਂ ਕਰਦੇ ਨੇ, ਮਹਾਰਾਜ ਤੁਹਾਡੇ ਚਰਨਾਂ ਦੀ ਪ੍ਰੀਤ ਸਾਡੇ ਮਨ ਵਿੱਚ ਬਣੀ ਰਹੇ, ਆਪ ਜੀ ਦੀ ਯਾਦ ਸਾਡੇ ਹਿਰਦੇ ਵਿੱਚੋਂ ਕਦੇ ਵੀ ਵਿਸਰੇ ਨਾ। ਮਹਾਰਾਜ ਐਸੀ ਕਿਰਪਾ ਕਰਕੇ ਸਾਨੂੰ ਦਾਤ ਬਖਸ਼ੋ, ਕਿਉਂਕਿ ਜਿਹੜੀ ਮੱਛੀ ਹੈ ਨਾ, ਸਾਧ ਸੰਗਤ ਜੀ ਭਾਵੇਂ ਟੁਕੜੇ ਟੁਕੜੇ ਕਰਕੇ ਕੋਈ ਰਿੰਨ ਕੇ ਇਹਨੂੰ ਭਾਵੇਂ ਖਾ ਵੀ ਲਵੇ, ਪਰ ਫਿਰ ਵੀ ਪਾਣੀ ਦੀ ਪ੍ਰੀਤ ਨਹੀਂ ਤਿਆਗਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਗੁਰਬਾਣੀ ਵਿੱਚ ਉਦਾਹਰਣਾਂ ਦੇ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਹਜੂਰ ਨੇ ਸਾਨੂੰ ਸਮਝਾਇਆ, ਜੋ ਸ਼ੁਭ ਸਿੱਖਿਆ ਗਰੀਬ ਨਿਵਾਜ ਸਤਿਗੁਰੂ ਜੀ ਨੇ ਦਿੱਤੀ ਹੈ, ਬੜੀ ਉੱਤਮ ਹੈ। ਥੋੜ੍ਹਾ ਗਹੁ ਦੇ ਨਾਲ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਝਣ ਦਾ ਯਤਨ ਕੀਤਾ ਜਾਵੇ ਤੇ ਬਹੁਤ ਵੱਡਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਜੀਵਨ ਦੇ ਅੰਦਰ ਬੜਾ ਵੱਡਾ ਲਾਭ ਮਿਲ ਸਕਦਾ ਹੈ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਛੀ ਤੇ ਪਾਣੀ ਦਾ ਅਲੰਕਾਰ ਬਣਾਇਆ। ਭਾਵੇਂ ਆਪ ਨੇ ਦੇਖਿਆ ਹੋਵੇਗਾ, ਸਿਆਲੇ ਦੀ ਰੁੱਤ ਦੇ ਵਿੱਚ ਵੀ ਜੇਕਰ ਕੋਈ ਬੰਦਾ ਮੱਛੀ ਖਾ ਲਵੇ ਨਾ, ਤੇ ਸਾਧ ਸੰਗਤ ਜੀ ਰਾਤ ਨੂੰ ਉੱਠ ਉੱਠ ਕਰਕੇ ਪਾਣੀ ਪੀਂਦਾ ਬਾਰ-ਬਾਰ। ਮੱਛੀ ਦੀ ਇੰਨੀ ਜ਼ਿਆਦਾ ਪ੍ਰੀਤ ਹੈ ਪਾਣੀ ਦੇ ਨਾਲ, ਮਰ ਕੇ ਵੀ ਕੀਮਾ ਕੀਮਾ ਟੁਕੜੇ ਟੁਕੜੇ ਹੋ ਕਰਕੇ ਵੀ ਕਿਸੇ ਜੀਵ ਦਾ ਆਹਾਰ ਬਣ ਕੇ ਫਿਰ ਵੀ ਪਾਣੀ ਦੀ ਪ੍ਰੀਤ ਨਹੀਂ ਛੱਡਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਪਰਮਾਤਮਾ ਤੂੰ ਜਲ ਦਿਦ ਹਮ ਮੀਨ ਤੁਮਾਰੇ। ਸੀ ਆਪ ਜੀ ਦੇ ਮਹਾਰਾਜ ਮੱਛੀ ਦੀ ਤਰ੍ਹਾਂ ਸਾਡਾ ਜੀਵਨ ਹੈ। ਹੇ ਮਹਾਰਾਜ, ਆਪ ਜੀ ਪ੍ਰੇਮ ਰੂਪੀ ਜਲ ਸਾਨੂੰ ਬਖਸ਼ਿਸ਼ ਕਰਨ ਵਾਲੇ ਹੋ। ਹੇ ਮਹਾਰਾਜ, ਤੁਹਾਡੀ ਯਾਦ ਹੀ ਸਾਡਾ ਜੀਵਨ ਹੈ। ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ। ਦੂਜੀ ਉਦਾਹਰਣ ਮਹਾਰਾਜ ਸੱਚੇ ਪਾਤਸ਼ਾਹ ਜੀ ਬਬੀਹੇ ਦੀ ਦੇ ਰਹੇ ਹੈ। ਜਦੋਂ ਬਬੀਹੇ ਨੂੰ ਪਿਆਸ ਲੱਗਦੀ ਹੈ, ਆਕਾਸ਼ ਵੱਲ ਮੁਖ ਅੱਡ ਕੇ ਪੀਊ ਪੀਊ ਕਰਕੇ ਬਾਰ-ਬਾਰ ਪੁਕਾਰਦਾ ਹੈ। ਪੁਕਾਰਦਾ ਸਵਾਂਤੀ ਬੂੰਦ ਦੇ ਵਾਸਤੇ ਹੈ, ਜੋ ਨਛੱਤਰ ਦੀ ਬੂੰਦ ਦੇਵਨੇਤ ਨਾਲ ਪੈਂਦੀ ਹੋਈ ਵਰਖਾ ਦੇ ਵਿੱਚ ਟਪਕਦੀ ਹੈ। ਜੇ ਕਿਤੇ ਉਹ ਵਰਖਾ ਦੇ ਵਿੱਚੋਂ ਟਪਕਦੀ ਹੋਈ ਸਵਾਂਤੀ ਬੂੰਦ ਬਬੀਹੇ ਦੇ ਮੁਖ ਵਿੱਚ ਪਾ ਜਾਵੇ ਤੇ ਉਹਦੇ 6 ਮਹੀਨੇ ਦੀ ਪਿਆਸ ਬੁੱਝ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ ਕਿ ਜਗਿਆਸੂ, ਇਹ ਬਬੀਹੇ ਦੀ ਤਰ੍ਹਾਂ ਇਹਦਾ ਜੀਵਨ ਹੈ। ਜਿਵੇਂ ਬਬੀਹੇ ਵਾਸਤੇ ਹੋਰ ਜਿੰਨਾ ਸਮਾਂ ਮਰਜ਼ੀ ਮੇਰਾ ਸਮਾਂ ਵਰਖਾ ਹੁੰਦੀ ਰਹੇ, ਸਮੁੰਦਰਾਂ ਦਾ, ਨਦੀਆਂ ਨਾਲਿਆਂ ਦਾ ਕਿੰਨਾ ਕਿੰਨਾ ਪਾਣੀ ਹੁੰਦਾ, ਪਰ ਉਹਦੇ ਨਾਲ ਨੂੰ ਕੋਈ ਵਾਸਤਾ ਨਹੀਂ ਹੈ, ਕਿਉਂਕਿ ਉਹਦੇ ਗਲੇ ਦੇ ਵੀ ਸਾਧ ਸੰਗਤ ਜੀ ਛੇਕ ਹੁੰਦਾ। ਕੇਵਲ ਨਛੱਤਰ ਦੀ ਬੂੰਦ ਹੀ ਬਬੀਹੇ ਦੇ ਗਲੇ ਵਿੱਚ ਟਿਕਦੀ ਹੈ।
ਔਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਵੇਦਾਂ ਸ਼ਾਸਤਰਾਂ ਦਾ ਗਿਆਨ ਹੋਵੇ, ਜਗਤ ਦੀਆਂ ਸਿੱਖਿਆਵਾਂ ਹੋਣ, ਸੰਸਾਰ ਦੀਆਂ ਚਤੁਰ ਚਲਾਕੀਆਂ ਹੋਣ, ਪਰ ਜਗਿਆਸੂ ਨੂੰ ਜਦੋਂ ਤੱਕ ਪਰਮਾਤਮਾ ਦੇ ਨਾਮ ਰੂਪ ਸਵਾਂਤੀ ਬੂੰਦ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਜੀਵ ਦੀ ਪਿਆਸ ਨਹੀਂ ਬੁਝਣਾ ਕਰਦੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹਨ, ਤੇਰਾ ਨਾਮ ਬੂੰਦ ਹਮ ਚਾਤਰਿਕ ਤਿਕ ਹਾਰੇ। ਮਹਾਰਾਜ ਤੁਹਾਡਾ ਨਾਮ ਜੋ ਹੈ ਇਹ ਸਵਾਂਤੀ ਬੂੰਦ ਦੀ ਤਰ੍ਹਾਂ ਹੈ। ਬਬੀਹੇ ਨੂੰ ਸਵਾਂਤੀ ਬੂੰਦ ਮਿਲ ਜਾਵੇ ਤੇ ਤ੍ਰਿਪਤ ਹੋ ਜਾਂਦਾ ਹੈ। ਤਿਵੇਂ ਜਗਿਆਸੂ ਦੇ ਹਿਰਦੇ ਅੰਦਰ ਮਹਾਰਾਜ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੋ ਤੇ ਤ੍ਰਿਪਤ ਹੋ ਜਾਵੇਗਾ। ਜਿਵੇਂ ਹਜੂਰ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ, ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀੜਾ ਬਲਿਹਾਰੀ ਦੇਹੁ ਦਰਸ ਪ੍ਰਭ ਮੇਰੇ। ਜਗਿਆਸੂ ਮਨ ਦੇ ਵਿੱਚ ਆਪ ਦੇ ਦਰਸ਼ਨਾਂ ਰੂਪ ਸਵਾਂਤੀ ਬੂੰਦ ਨੂੰ ਪਾਉਣ ਦੀ ਆਸਾ ਲਾ ਕਰਕੇ ਯਾਦ ਕਰ ਰਹੇ ਹੈ। ਬਾਰ-ਬਾਰ ਇੱਕ ਚਿਤ ਹੋ ਕੇ ਪਰਮੇਸ਼ਰ ਨੂੰ ਯਾਦ ਕਰਦੇ ਨੇ, ਜੋਦੜੀਆਂ ਕਰਦੇ ਹੈ। ਔਰ ਹਜੂਰ ਨੇ ਫਰਮਾਨ ਕੀਤਾ, ਐਸੀ ਮਹਾਰਾਜ ਆਪ ਜੀ ਦੀ ਉਪਦੇਸ਼ ਰੂਪੀ ਸਵਾਂਤੀ ਬੂੰਦ ਹੈ। ਸਤ ਸੰਗਤ, ਸਵਾਂਤੀ ਬੂੰਦ ਦੇ ਕੁਝ ਹੋਰ ਵੀ ਗੁਣ ਹੈ। ਜੇ ਸਵਾਂਤੀ ਦੀ ਬੂੰਦ ਜੇਕਰ ਸਿੱਪੀ ਵਿੱਚ ਪੈ ਜਾਵੇ ਨਾ, ਜਿਹੜੀ ਸਮੁੰਦਰਾਂ ਉੱਪਰ ਸਿੱਪੀਆਂ ਤੈਰ ਰਹੀਆਂ ਹੁੰਦੀਆਂ ਨੇ ਸਮੁੰਦਰ ਦੇ ਪਾਣੀ ਦੇ ਉੱਪਰ, ਸਿੱਪੀ ਦੇ ਮੁਖ ਵਿੱਚ ਪੈ ਜਾਵੇ ਤੇ ਸਾਧ ਸੰਗਤ ਤੋਂ ਮੋਤੀ ਬਣ ਜਾਂਦਾ ਹੈ, ਉਹਦੇ ਤੋਂ ਮੋਤੀ ਪੈਦਾ ਹੁੰਦਾ। ਜੇਕਰ ਸਵਾਂਤੀ ਦੀ ਬੂੰਦ ਕੇਲੇ ਤੇ ਪੈ ਜਾਵੇ ਉਹਦਾ ਕਪੂਰ ਬਣ ਜਾਂਦਾ, ਜਿਹਨੂੰ ਮੁਸ਼ਕ ਕਪੂਰ ਕਿਹਾ ਜਾਂਦਾ। ਔਰ ਇਹ ਐਸੀ ਜਿਹੜੀ ਨਛੱਤਰ ਦੀ ਬੂੰਦ ਹੈ, ਬੇਰੀ ਦੇ ਉੱਪਰ ਦਰਖਤ ਤੇ ਪੈ ਜਾਵੇ ਜਾਂ ਟਾਹਲੀ ਦੇ ਦਰਖਤ ਤੇ ਪੈ ਜਾਵੇ, ਸਾਧ ਸੰਗਤ ਜੀ ਉਹਦੇ ਵਿੱਚੋਂ ਚੰਦਨ ਬਣ ਜਾਂਦਾ, ਚੰਦਨ ਪੈਦਾ ਹੋ ਜਾਂਦਾ। ਇਹ ਸਵਾਂਤੀ ਬੂੰਦ ਜਿਹੜੀ ਹੈ ਨਾ, ਨਛੱਤਰ ਦੀ ਬੂੰਦ ਜਿਹਨੂੰ ਕਿਹਾ ਜਾਂਦਾ, ਇਹਦੇ ਗੁਣ ਹੈ। ਪਰ ਇਹੋ ਹੀ ਸਵਾਂਤੀ ਦੀ ਬੂੰਦ ਜੇਕਰ ਗਿੱਦੜ ਦੇ ਮੁਖ ਪੈ ਜਾਵੇ ਤੇ ਉਹਨੂੰ ਹਲਕਾ ਹੋ ਜਾਂਦਾ ਹੈ। ਸੱਪ ਤੇ ਪੈ ਜਾਵੇ ਸਵਾਂਤੀ ਦੀ ਬੂੰਦ ਤੇ ਉਹਦਾ ਜ਼ਹਿਰ ਹੋਰ ਵੀ ਕਈ ਗੁਣਾ ਵੱਧ ਜਾਂਦਾ ਹੈ। ਔਰ ਇਹੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਗਰੀਬ ਨਵਾਜ ਸਤਿਗੁਰੂ ਜੀ ਘਨ ਗਰਜਤ ਗੋਬਿੰਦ ਰੂਪ, ਪੂਰੇ ਸਤਿਗੁਰੂ ਜੀ ਬੱਦਲ ਰੂਪ ਹੋ ਕਰਕੇ ਉਪਦੇਸ਼ ਰੂਪ ਵਰਖਾ ਕਰਦੇ ਹੈ। ਜਿਵੇਂ ਆਕਾਸ਼ ਦੇ ਵਿੱਚ ਲੱਬਾ ਲੱਭ ਬੱਦਲ ਭਰ ਭਰ ਕੇ ਪਾਣੀ ਦੀ ਵਰਖਾ ਕਰਦੇ ਹੈ, ਸਭ ਦੇ ਵਾਸਤੇ ਸਾਂਝੀ ਵਰਖਾ ਹੁੰਦੀ ਹੈ, ਕਿਸੇ ਦੀ ਮਾਲਕੀਅਤ ਨਹੀਂ ਹੁੰਦੀ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਕਿਸੇ ਵੀ ਜਾਤ ਦਾ, ਕਿਸੇ ਧਰਮ ਦਾ ਕੋਈ ਜੀਵ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਬਿਨਾਂ ਦਵੈਕ ਤੋਂ ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਹੈ। ਤੇ ਸਾਧ ਸੰਗਤ, ਜਦੋਂ ਸਤਿਗੁਰੂ ਜੀ ਪ੍ਰੇਮ ਰੂਪੀ ਜਲ ਦੇ ਨਾਲ ਲੱਬਾ ਲੱਭ ਭਰੇ ਹੋਏ ਕਲਿਆਣਕਾਰੀ ਸਰੂਪ ਪ੍ਰਤੱਖ ਪ੍ਰਗਟ ਕਰਕੇ ਬੱਦਲ ਰੂਪ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਰੂਪੀ ਵਰਖਾ ਕਰਦੇ ਹੈ। ਜਗਿਆਸੂ ਰੂਪ ਬੀਹੇ ਨੂੰ ਪ੍ਰਾਪਤ ਹੋ ਜਾਵੇ ਤੇ ਸਾਧ ਸੰਗਤ ਜੀ ਉਹਦੀ ਤ੍ਰਿਪਤੀ ਹੋ ਜਾਂਦੀ, ਹਿਰਦਾ ਰੱਜ ਜਾਂਦਾ ਹੈ। ਕਿਉਂਕਿ ਜਦੋਂ ਤੱਕ ਮਨੁੱਖ ਦਾ ਮਨ ਨਹੀਂ ਰੱਜਦਾ, ਉਦੋਂ ਤੱਕ ਕਦੇ ਵੀ ਸੰਸਾਰ ਦੀਆਂ ਭੁੱਖਾਂ ਤੋਂ ਰਹਿਤ ਨਹੀਂ ਹੁੰਦਾ। ਜਿਸ ਬਾਬਤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਉਦੋਂ ਤੱਕ ਜਗਿਆਸੂ ਦੀ ਪਿਆਸਾ ਨਹੀਂ ਬੁਝਦੀ ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹੀ ਦੀ ਸਿੱਖਿਆ ਰੂਪ ਸਵਾਂਤੀ ਬੂੰਦ ਦੇ ਅੰਦਰ ਨਹੀਂ ਘਰ ਕਰ ਜਾਂਦੀ। ਇਉਂ ਹਜੂਰ ਕਹਿੰਦੇ ਜਗਿਆਸੂ ਰੂਪ ਬੀਹਾ ਹੈ, ਸਤਿਗੁਰੂ ਜੀ ਦੀ ਸਵਾਂਤੀ ਬੂੰਦ ਪਾ ਕੇ ਫਿਰ ਤ੍ਰਿਪਤ ਹੋ ਜਾਂਦਾ ਹੈ। ਜੋ ਬਾਰ-ਬਾਰ ਪੀਓ ਪੀਓ ਕਰਦਾ, ਜਿਵੇਂ ਪਬੀਹਾ ਪੁਕਾਰਦਾ, ਇਵੇਂ ਜਗਿਆਸੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਰ-ਬਾਰ ਯਾਦ ਕਰਦਾ ਹੈ, ਵਾਹਿਗੁਰੂ 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 ਮੁਖ ਤੋਂ ਬਾਰ-ਬਾਰ ਉਚਾਰਨ ਕਰਦਾ। ਤੇ ਜਦੋਂ ਤੱਕ ਪ੍ਰਾਪਤੀ ਨਾ ਹੋ ਜਾਵੇ ਉਦੋਂ ਤੱਕ ਫਿਰ ਹਿਰਦਾ ਸ਼ਾਂਤ ਨਹੀਂ ਹੁੰਦਾ, ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਤੇ ਸਾਧ ਸੰਗਤ, ਜਿਸ ਮਨੁੱਖ ਦੀ ਬੁੱਧੀ ਰੂਪ ਜੋ ਸਿੱਪੀ ਹੈ ਨਾ, ਹਿਰਦੇ ਰੂਪ ਇਹ ਸਮੁੰਦਰ ਦੇ ਪਾਣੀ ਦੇ ਉੱਪਰ ਤੈਰਦੀ ਪਈ ਹੈ। ਜੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਰੂਪ ਸਵਾਂਤੀ ਬੂੰਦ ਬੁੱਧੀ ਦੇ ਅੰਦਰ ਹੋ ਜਾਵੇ ਤੇ ਸਾਧ ਸੰਗਤ ਜੀ ਫਿਰ ਮੁਕਤੀ ਰੂਪ ਮੋਤੀ ਉਹਦੇ ਤੋਂ ਪੈਦਾ ਹੁੰਦਾ ਹੈ।
ਜਿਹੜੇ ਗੋਤਾਖੋਰ ਹੁੰਦੇ ਜਿਨ੍ਹਾਂ ਨੂੰ ਮਰਜੀਵੜੇ ਆਖਿਆ ਜਾਂਦਾ ਹੈ, ਜੋ ਟੁੱਬੀ ਲਾ ਕਰਕੇ ਸਮੁੰਦਰ ਦੇ ਪਾਣੀ ਦੇ ਵਿੱਚੋਂ ਫਿਰ ਉਹ ਸਿੱਪੀਆਂ ਦੇ ਵਿੱਚੋਂ ਮੋਤੀ ਕੱਢ ਲਿਆਉਂਦੇ ਆ, ਜਿਨ੍ਹਾਂ ਨੂੰ ਉਜਲ ਮੋਤੀ ਕਿਹਾ ਜਾਂਦਾ ਹੈ। ਉਹ ਗੋਤੇਖੋਰ ਟੁੱਬੀ ਲਾ ਕੇ ਤੇ ਸਿੱਪੀ ਦੇ ਵਿੱਚੋਂ ਮੋਤੀ ਕੱਢ ਕੇ ਬਾਹਰ ਲੈ ਆਉਂਦੇ ਆ। ਤਿਵੇਂ ਜਿਹੜੇ ਮਹਾਤਮਾ ਜਨ ਹਨ ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਲਿਆ ਹੈ, ਹੰਕਾਰ ਨੂੰ ਮਾਰ ਦਿੱਤਾ ਹੈ, ਐਸੇ ਨਿਮਰਤਾਵਾਨ ਮਹਾਤਮਾ ਜਨ ਜਿਹੜੇ ਗੋਤਾਖੋਰ ਦੀ ਤਰ੍ਹਾਂ ਹਨ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਸਮੁੰਦਰ ਦੇ ਵਿੱਚ ਵਿਚਾਰ ਰੂਪੀ ਟੁੱਬੀ ਲਗਾਈ ਹੈ, ਤਿਨਾਂ ਨੇ ਸਾਧ ਸੰਗਤ ਜੀ ਮੁਕਤੀ ਰੂਪ ਮੋਤੀ ਨੂੰ ਪ੍ਰਾਪਤ ਕੀਤਾ ਹੈ। ਔਰ ਇਸ ਪ੍ਰਕਾਰ ਜਿਨ੍ਹਾਂ ਸੰਸਾਰ ਦੇ ਜੀਵਾਂ ਦਾ ਜੀਵਨ ਕੇਲੇ ਦੀ ਤਰ੍ਹਾਂ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਉਹਨਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੇਕਰ ਸਿੱਖਿਆ ਰੂਪ ਸਵੰਤੀ ਬੂੰਦ ਪੈ ਜਾਵੇ, ਫਿਰ ਉੱਥੇ ਸਾਧ ਸੰਗਤ ਜੀ ਮਹਾਵਾਕਾ ਰੂਪੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਕਪੂਰ ਦੀ ਪੈਦਾ ਹੋ ਜਾਂਦੀ ਪੈਦਾਇਸ਼ ਹੋ ਜਾਂਦੀ ਹੈ। ਜਿਵੇਂ ਕੇਲੇ ਤੇ ਸਵੰਤੀ ਬੂੰਦ ਪਵੇ ਤੇ ਮੁਸ਼ ਕਪੂਰ ਪੈਦਾ ਹੁੰਦਾ, ਸਤਿਗੁਰੂ ਜੀ ਦੇ ਸਿੱਖਿਆ ਰੂਪ ਸਵੰਤੀ ਬੂੰਦ ਪ੍ਰਾਪਤ ਹੋ ਜਾਵੇ ਤੇ ਉੱਥੇ ਸਤਿਗੁਰਾਂ ਦੇ ਮਹਾਵਾਕਾ ਰੂਪੀ ਕਪੂਰ ਦੀ ਪੈਦਾਇਸ਼ ਹੋ ਜਾਂਦੀ ਹੈ। ਜਿਹੜੇ ਗੁਰਮੁਖ ਪਿਆਰੇ ਨਿਮਰਤਾਵਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕਰਦੇ ਹੈ, ਜਿਨ੍ਹਾਂ ਦੇ ਪ੍ਰਥਾਏ ਹਜੂਰ ਨੇ ਫਰਮਾਨ ਕੀਤਾ ਹੈ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਜਿਨ੍ਹਾਂ ਨੇ ਰਸਨਾ ਤੋਂ ਕਦੇ ਵੀ ਕੋਈ ਕੌੜਾ ਬੋਲ ਨਹੀਂ ਬਚਨ ਕਰਨਾ ਕੀਤਾ, ਰਸਨਾ ਤੋਂ ਸਦਾ ਹੀ ਮਿੱਠੜੇ ਬੋਲ ਬੋਲਦੇ ਹੈ ਔਰ ਹਿਰਦੇ ਅੰਦਰ ਪ੍ਰੇਮ ਧਾਰਨ ਕੀਤਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਆਖਦੇ ਹਨ, ਐਸੇ ਜਿਨ੍ਹਾਂ ਦਾ ਟਾਹਲੀ ਦੀ ਤਰ੍ਹਾਂ ਜਿਨ੍ਹਾਂ ਦਾ ਨਿਮਰਤਾਵਾਨ ਤੇ ਮਿੱਠੜੇ ਬੋਲ ਬੋਲਣ ਵਾਲਾ ਜੀਵਨ ਹੈ, ਐਸੇ ਗੁਰਮੁਖਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਰੂਪ ਸਵੰਤੀ ਬੂੰਦ ਪ੍ਰਾਪਤ ਹੋ ਜਾਵੇ ਤੇ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਭਗਤੀ ਰੂਪ ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ। ਫਿਰ ਟਾਹਲੀ ਦੀ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਅੰਦਰ ਵੈਰਾਗ ਤੇ ਸੰਸਾਰ ਦੇ ਸੁੱਖਾਂ ਦੀ ਉਪਰਾਮਤਾ ਪੈਦਾ ਹੋਈ ਹੈ, ਜਿਨ੍ਹਾਂ ਨੂੰ ਸੰਸਾਰ ਦੇ ਸੁੱਖਾਂ ਤੋਂ ਚਿਰਤੀ ਬਿਰਤੀ ਨੂੰ ਉਪਰਾਮ ਕਰ ਲਿਆ, ਕੇਵਲ ਪਰਮਾਤਮਾ ਦੇ ਪਰਮ ਸੁੱਖ ਨੂੰ ਪਾਉਣ ਵਾਸਤੇ ਪਰਮੇਸ਼ਰ ਨੂੰ ਯਾਦ ਕਰਦੇ ਹੈ, ਐਸੇ ਗੁਰਮੁਖਾਂ ਦੇ ਹਿਰਦੇ ਅੰਦਰ ਵੈਰਾਗ ਤੇ ਗਿਆਨ ਰੂਪੀ ਚੰਦਨ ਦੀ ਸਾਧ ਸੰਗਤ ਮਹਿਕ ਪੈਦਾ ਹੋ ਗਈ ਹੈ। ਔਰ ਹਜੂਰ ਨੇ ਫਰਮਾਨ ਕੀਤਾ, ਜਿਹੜੇ ਗਿੱਦੜ ਦੀ ਤਰ੍ਹਾਂ ਜਗਤ ਦੇ ਅੰਦਰ ਦਗੇਬਾਜ਼ ਵਿਅਕਤੀ ਹੈ, ਜੇ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਰੂਪ ਸਵੰਤੀ ਬੂੰਦ ਮਿਲ ਜਾਵੇ ਤੇ ਉਹਨਾਂ ਨੂੰ ਹੰਕਾਰ ਰੂਪੀ ਹਲਕਾ ਹੋ ਜਾਂਦਾ ਹੈ। ਜਿਵੇਂ ਗਿੱਦੜ ਦੇ ਮੁਖ ਵਿੱਚ ਸਵੰਤੀ ਬੂੰਦ ਪੈ ਜਾਵੇ ਤੇ ਹਲਕ ਜਾਂਦਾ, ਤਿਵੇਂ ਸਾਧ ਸੰਗਤ ਜੀ ਜਿਹੜੇ ਸੰਸਾਰ ਦੇ ਦਗੇਬਾਜ਼ ਜੀਵ ਹੈ ਨਾ, ਜਿਨ੍ਹਾਂ ਨੂੰ ਧੋਖੇਬਾਜ਼ ਆਖਿਆ ਜਾਂਦਾ, ਮਹਾਰਾਜ ਕਹਿੰਦੇ ਜੇ ਉਹਨਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਰੂਪ ਸਵੰਤੀ ਬੂੰਦ ਮਿਲ ਜਾਵੇ, ਫਿਰ ਉਹਨਾਂ ਦਾ ਹੰਕਾਰ ਰੂਪੀ ਹਲਕ ਹੋਰ ਵੀ ਕਈ ਗੁਣਾ ਵੱਧ ਜਾਂਦਾ ਹੈ। ਔਰ ਜਿਹੜੇ ਨਿੰਦਕ ਲੋਕ ਹਨ, ਸਤਿਗੁਰੂ ਜੀ ਦੀ ਵੀ ਨਿੰਦਿਆ ਕਰੀ ਜਾਂਦੇ ਹੈ, ਜਗਤ ਦੀ ਵੀ ਨਿੰਦਿਆ ਕਰੀ ਜਾਂਦੇ ਹੈ, ਉਹ ਐਸੀ ਸੱਪ ਦੀ ਤਰ੍ਹਾਂ ਉਹਨਾਂ ਦਾ ਜੀਵਨ ਹੈ। ਮਹਾਰਾਜ ਕਹਿੰਦੇ ਉਹਨਾਂ ਨਿੰਦਕਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਰੂਪ ਸਵੰਤੀ ਬੂੰਦ ਮਿਲ ਜਾਵੇ, ਉਹਨਾਂ ਦੇ ਅੰਦਰ ਜ਼ਹਿਰ ਹੋਰ ਵੀ ਕਈ ਗੁਣਾ ਵੱਧ ਜਾਂਦੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਨਛੱਤਰ ਦੀ ਬੂੰਦ ਜੋ ਭਾਗਾਂ ਦੇ ਨਾਲ ਹੀ ਜੀਵ ਨੂੰ ਪ੍ਰਾਪਤ ਹੁੰਦੀ ਹੈ, ਪਰ ਜਿਸ ਦੇ ਪੂਰਬਲੇ ਚੰਗੇ ਭਾਗ ਜਾਗਦੇ ਉਹ ਇਸ ਨਛੱਤਰ ਦੀ ਬੂੰਦ ਤੋਂ ਲਾਹਾ ਪ੍ਰਾਪਤ ਕਰ ਸਕਦਾ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਸਿੱਖਿਆ ਰੂਪ ਉਪਦੇਸ਼ ਰੂਪ ਸਤਿਗੁਰਾਂ ਦੀ ਸਵੰਤੀ ਬੂੰਦ ਹੈ, ਸਾਧ ਸੰਗਤ ਜੀ ਇਹਦੇ ਤੋਂ ਵੀ ਹਰ ਕੋਈ ਲਾਹਾ ਨਹੀਂ ਪ੍ਰਾਪਤ ਕਰ ਸਕਦਾ। ਜਿਹੜਾ ਯੋਗ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਜੀਵਨ ਦੇ ਵਿੱਚ ਕਮਾ ਕੇ ਉਹ ਗੁਰਮੁਖ ਪਿਆਰਾ ਇਹਦੇ ਤੋਂ ਕਈ ਗੁਣਾ ਵੱਧ ਲਾਹਾ ਪ੍ਰਾਪਤ ਕਰ ਸਕਦਾ ਹੈ। ਇਸ ਲਈ ਹਜੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਹੇ ਪ੍ਰਮਾਤਮਾ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਕ ਹਾਰੇ। ਮਹਾਰਾਜ ਤੁਹਾਡਾ ਨਾਮ ਸਾਡੇ ਵਾਸਤੇ ਸਵੰਤੀ ਬੂੰਦ ਦੀ ਤਰ੍ਹਾਂ ਹੈ ਔਰ ਸਾਡੇ ਮਨ ਦੇ ਵਿੱਚ ਮਹਾਰਾਜ ਪਿਆਸਾ ਲੱਗੀ ਹੋਈ ਤੁਹਾਡੇ ਨਾਮ ਰੂਪ ਸਵੰਤੀ ਬੂੰਦ ਨੂੰ ਪਾਉਣ ਦੇ ਵਾਸਤੇ ਬਾਰ-ਬਾਰ ਅਸੀਂ ਯਾਦ ਕਰਦੇ ਹਾਂ। ਸਾਡੇ ਹਿਰਦੇ ਰੂਪ ਮੁਖ ਦੇ ਵਿੱਚ ਤੁਹਾਡੀ ਨਾਮ ਰੂਪ ਸਵੰਤੀ ਬੂੰਦ ਨੂੰ ਪਾਉਣ ਵਾਸਤੇ ਤੁਮਰੀ ਆਸ ਪਿਆਸਾ ਤੁਮਰੀ। ਇਹ ਪਰਮਾਤਮਾ ਹਿਰਦੇ ਕਰਕੇ ਵੀ ਆਪ ਜੀ ਦੇ ਦਰਸ਼ਨਾਂ ਦੀ ਆਸ ਲਾਈ ਹੈ, ਮਹਾਰਾਜ ਮੁਖ ਕਰਕੇ ਵੀ ਤੁਹਾਡੇ
ਨਾਮ ਰੂਪ ਸਵੰਤੀ ਬੂੰਦ ਦੀ ਸਾਡੇ ਮਨ ਵਿੱਚ ਪਿਆਸਾ ਹੈ। ਆਸ ਪਿਆਸੀ ਪਿਰ ਕੈ ਤਾਈ, ਜਿਉ ਚਾਤਰਿਕ ਬੂੰਦੇਰੇ। ਮਹਾਰਾਜ ਬਹੁਤ ਲੰਬੇਰੇ ਸਮੇਂ ਤੋਂ ਮਨ ਦੇ ਵਿੱਚ ਆਸਾ ਸਾਡੇ ਲੱਗੀ ਹੈ, ਕਿਉਂਕਿ ਇੱਕ ਹੁੰਦੀ ਆਸਾ ਤੇ ਦੂਜੀ ਹੁੰਦੀ ਹੈ ਮਨਸਾ। ਮਨਸਾ ਤੋਂ ਭਾਵ ਜਿਵੇਂ ਹੁਣੇ ਕੋਈ ਮਨ ਦੇ ਵਿੱਚ ਫੁਰਨਾ ਫੁਰਿਆ ਹੋਵੇ, ਮਨ ਵਿੱਚ ਕੋਈ ਇੱਛਾ ਕੀਤੀ ਹੋਵੇ, ਉਹਨੂੰ ਸਾਧ ਸੰਗਤ ਜੀ ਕਿਹਾ ਜਾਂਦਾ ਇਹ ਮਨਸਾ ਹੈ। ਤੇ ਜਿਹੜੀ ਆਸਾ ਹੁੰਦੀ ਉਹ ਲੰਬੇਰੇ ਸਮੇਂ ਤੋਂ ਮਨ ਵਿੱਚ ਕੋਈ ਇੱਛਾ ਹੋਵੇ। ਜਦੋਂ ਕਈ ਵਾਰ ਕੋਈ ਸਾਡੀ ਭਾਵਨਾ ਕੋਈ ਇੱਛਾ ਪੂਰੀ ਹੁੰਦੀ ਹੈ ਨਾ, ਬਹੁਤ ਲੰਬੇਰੇ ਸਮੇਂ ਤੋਂ ਕਿਹਾ ਜਾਂਦਾ ਇਹ ਤਾਂ ਬੜੇ ਹੀ ਲੰਬੇ ਸਮੇਂ ਤੋਂ ਮੇਰੀ ਮਨ ਦੀ ਇੱਛਾ ਸੀਗੀ, ਮੇਰੇ ਮਨ ਦੇ ਅੰਦਰ ਚਾਹਤ ਸੀ ਪਾਉਣ ਦੇ ਵਾਸਤੇ, ਉਹਨੂੰ ਆਸਾ ਕਿਹਾ ਜਾਂਦਾ। ਤੇ ਮਨਸਾ ਜਿਵੇਂ ਹੁਣੇ ਕੋਈ ਮਨ ਦੇ ਵਿੱਚ ਫੁਰਨਾ ਫੁਰਿਆ ਹੋਵੇ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਪਰਮਾਤਮਾ ਲੰਬੇਰੇ ਸਮੇਂ ਤੋਂ ਸਾਡੇ ਮਨ ਦੇ ਵਿੱਚ ਆਸਾ ਹੈ ਆਪ ਜੀ ਦੇ ਦਰਸ਼ਨਾਂ ਨੂੰ ਪਾਉਣ ਦੇ ਲਈ। ਤੁਮ ਹੀ ਸੰਗ ਮਨ ਲੀਨਾ ਜੀਓ। ਇਹ ਪਰਮਾਤਮਾ ਤੁਹਾਡੇ ਨਾਲ ਹੀ ਸਾਡਾ ਮਨ ਹਰ ਸਮੇਂ ਜੁੜਿਆ ਰਹਿੰਦਾ ਹੈ, ਲੀਨ ਹੋਇਆ ਰਹਿੰਦਾ ਹੈ, ਇੱਕ ਚਿੱਤ ਹੋ ਕੇ ਤੁਹਾਡੀ ਯਾਦ ਵਿੱਚ ਜੁੜੇ ਰਹਿੰਦੇ ਹਾਂ ਜੀ। ਜੋ ਬਾਰਿਕ ਪੀ ਖੀਰ ਅਗਾਵੇ। ਜਿਵੇਂ ਬੱਚੇ ਨੂੰ ਭੁੱਖ ਲੱਗਦੀ ਹੈ ਨਾ, ਜਦੋਂ ਤੱਕ ਦੁੱਧ ਨਾ ਮਿਲੇ ਤੇ ਰੋਈ ਜਾਂਦਾ ਹੈ, ਰੋਈ ਜਾਂਦਾ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ, ਜੇ 100 ਖੇਲ ਖਿਡਾਈਐ ਬਾਰਿਕ ਰਹਿ ਨਾ ਸਕੈ ਬਿਨ ਖੀਰੇ। ਖੀਰੇਦਾਰ ਤੇ ਇੱਥੇ ਦੁੱਧ ਹੈ। ਬੱਚੇ ਨੂੰ ਭੁੱਖ ਲੱਗੀ ਹੋਵੇ ਤੇ ਉਹਨੂੰ ਕਿੰਨੇ ਵੀ ਭਾਵੇਂ ਲਾਡ ਲਡਾਏ ਜਾਣ, ਪਰ ਉਹ ਚੁੱਪ ਨਹੀਂ ਕਰੇਗਾ, ਕਿਉਂਕਿ ਉਹਨੂੰ ਭੁੱਖ ਲੱਗੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਗੁਰਮੁਖ ਪਿਆਰੇ ਨੂੰ ਗਿਆਨ ਰੂਪ ਦੁੱਧ ਪਾਉਣ ਦੀ ਮਨ ਦੇ ਅੰਦਰ ਭੁੱਖ ਹੈ, ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਸੁੱਖਾਂ ਰੂਪੀ ਲਾਡ ਲਡਾਏ ਜਾਣ, ਜਗਤ ਦੇ ਜਿੰਨੇ ਮਰਜ਼ੀ ਸੁੱਖ ਪ੍ਰਾਪਤ ਹੋ ਜਾਣ, ਉਹ ਜੁਗਿਆਸੂ ਬਾਰ-ਬਾਰ ਕੇਵਲ ਸਤਿਗੁਰੂ ਜੀ ਤੋਂ ਗਿਆਨ ਦੀ ਪ੍ਰਾਪਤੀ ਦੀ ਹਰ ਸਮੇਂ ਆਸਾ ਰੱਖਦਾ ਹੈ। ਇਸ ਲਈ ਮਹਾਰਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜਿਉਂ ਬਾਰਿਕ ਪੀ ਖੀਰ ਅਗਾਵੇ। ਮਹਾਰਾਜ ਜਿਵੇਂ ਬੱਚਾ ਦੁੱਧ ਪੀ ਕੇ ਹੀ ਤ੍ਰਿਪਤ ਹੁੰਦਾ ਹੈ, ਰੱਜਦਾ ਹੈ, ਮਹਾਰਾਜ ਤਿਵੇਂ ਤੁਹਾਡਾ ਗਿਆਨ ਰੂਪ ਦੁੱਧ ਮਿਲ ਜਾਵੇ ਤਾਂ ਹੀ ਸਾਡੇ ਹਿਰਦੇ ਦੀ ਤ੍ਰਿਪਤੀ ਹੈ। ਜੋ ਨਿਰਧਨ ਧਨ ਦੇਖ ਸੁਖ ਪਾਵੇ। ਜਿਵੇਂ ਕੰਗਾਲ ਨੂੰ ਧਨ ਮਿਲ ਜਾਵੇ ਤੇ ਕਿੰਨਾ ਸੁਖ ਪ੍ਰਾਪਤ ਕਰਦਾ ਹੈ, ਤਿਵੇਂ ਜਗਿਆਸੂ ਨੂੰ ਨਾਮ ਰੂਪੀ ਧਨ ਦੀ ਪ੍ਰਾਪਤੀ ਹੋ ਜਾਵੇ ਤੇ ਬੜਾ ਸੁਖ ਪ੍ਰਾਪਤ ਕਰਦਾ ਹੈ। ਕਿਉਂਕਿ ਜਗਤ ਅੰਦਰ ਜੇਕਰ ਕੋਈ ਮਨੁੱਖ ਕੰਗਾਲ ਹੈ, ਧਨਹੀਣ ਹੈ, ਬਹੁਤ ਸਾਰਾ ਧਨ ਮਿਲ ਜਾਵੇ ਤੇ ਬੜਾ ਚਾਅ ਚੜ੍ਹਦਾ ਹੈ, ਬੜਾ ਖੁਸ਼ ਹੁੰਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਜਗਿਆਸੂ ਨੂੰ ਨਾਮ ਰੂਪ ਧਨ ਦੀ ਮਨ ਦੇ ਅੰਦਰ ਚਾਹਤ ਹੈ, ਉਸ ਨੂੰ ਨਾਮ ਰੂਪ ਧਨ ਮਿਲ ਜਾਂਦਾ ਤੇ ਬੜਾ ਚਾਅ ਚੜ੍ਹਦਾ ਹੈ, ਬੜਾ ਖੁਸ਼ ਹੁੰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਤ੍ਰਿਖਾਵੰਤ ਜਲ ਪੀਵਤ ਠੰਡਾ। ਹਜੂਰ ਆਖ ਰਹੇ ਹਨ ਕਿ ਜਿਹੜਾ ਮਨੁੱਖ ਪਿਆਸਾ ਹੋਵੇ, ਜੇ ਠੰਡਾ ਸ਼ੀਤਲ ਜਲ ਮਿਲ ਜਾਵੇ ਤੇ ਬੜਾ ਸਾਧ ਸੰਗਤ ਜੀ ਉਹ ਪ੍ਰਸੰਨ ਹੁੰਦਾ ਹੈ, ਉਹਦੀ ਪਿਆਸ ਬੁੱਝ ਜਾਂਦੀ ਹੈ। ਔਰ ਇਸੇ ਪ੍ਰਕਾਰ ਜਿਸ ਜਗਿਆਸੂ ਦੇ ਮਨ ਦੇ ਵਿੱਚ ਪਰਮਾਤਮਾ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਜਾਗੀ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਨਾਮ ਰੂਪ ਜਲ ਮਿਲ ਜਾਵੇ ਅਥਵਾ ਪ੍ਰੇਮ ਰੂਪ ਜਲ ਹਿਰਦੇ ਅੰਦਰ ਆ ਜਾਵੇ ਤੇ ਹਿਰਦਾ ਸ਼ੀਤਲ ਹੋ ਜਾਂਦਾ ਹੈ। ਮਹਾਰਾਜ ਨਾਮ ਰੂਪ ਜਲ ਪਾਣੇ ਕਰਕੇ ਹਿਰਦੇ ਦੀ ਅੰਦਰ ਸ਼ੀਤਲਤਾ ਆ ਜਾਂਦੀ ਹੈ, ਕਿਉਂਕਿ ਕਲ ਤਾਤੀ ਠੰਡਾ ਹਰ ਨਾਉ। ਮਹਾਰਾਜ ਕਲਯੁਗ ਦੇ ਭਿਆਨਕ ਸਮੇਂ ਅੰਦਰ ਵਿਕਾਰਾਂ ਦੀ ਤੱਤੀ ਲੋ ਵਗਦੀ ਹੈ। ਆਪ ਜੀ ਦਾ ਨਾਮ ਇੱਕ ਸ਼ੀਤਲ ਹੈ ਜੋ ਹਿਰਦੇ ਨੂੰ ਠੰਡਾ ਕਰ ਸਕਦਾ ਹੈ। ਐਸੀ ਨਾਮ ਦੀ ਅਮੋਲਕ ਦਾਤ ਜੋ ਹਿਰਦੇ ਨੂੰ ਸ਼ੀਤਲ ਕਰ ਸਕਦੀ ਹੈ, ਐਸੇ ਗੁਰਮੁਖਾਂ ਨੇ ਜਿਨ੍ਹਾਂ ਨੂੰ ਨਾਮ ਰੂਪ ਮਹਾਰਾਜ ਜਲ ਦੀ ਪ੍ਰਾਪਤੀ ਹੋ ਗਈ ਹੈ, ਉਹ ਗੁਰਮੁਖਾਂ ਦਾ ਹਿਰਦਾ ਸ਼ੀਤਲ ਹੋ ਗਿਆ ਹੈ। ਤਿਉ ਹਰ ਸੰਗ ਇਹੋ ਮਨ ਭੀਨਾ ਜੀਓ। ਹਜੂਰ ਇਹ ਉਦਾਹਰਣਾਂ ਦੇ ਕਰਕੇ ਫਰਮਾਉਂਦੇ, ਇਹ ਪਰਮਾਤਮਾ ਜਿਵੇਂ ਮਹਾਰਾਜ ਆਪ ਜੀ ਦੇ ਪਿਆਰੇ ਗੁਰਮੁਖ ਪਿਆਰੇ ਹਰ ਸਮੇਂ ਆਪ ਜੀ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਪਿਆਸੇ ਮਨੁੱਖ ਨੂੰ ਜਲ ਮਿਲ ਜਾਵੇ ਤੇ ਬੜਾ ਮਹਾਰਾਜ ਹਿਰਦਾ ਸ਼ੀਤਲ ਹੋ ਜਾਂਦਾ, ਤਿਵੇਂ ਗੁਰਮੁਖਾਂ ਦਾ ਇਹ ਮਨ ਹਰ ਸਮੇਂ ਆਪ ਜੀ ਦੇ ਪ੍ਰੇਮ ਜਲ ਦੇ ਵਿੱਚ ਭਿੱਜਾ ਰਹਿੰਦਾ ਹੈ।
ਹਰ ਸਮੇਂ ਪਿਆਰ ਦੇ ਵਿੱਚ ਭੇਜ ਕੇ ਮਹਾਰਾਜ ਤੁਹਾਡੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਜਿਉ ਅੰਧਿਆਰੈ ਦੀਪਕ ਪਰਗਾਸਾ, ਜਿਵੇਂ ਹਨੇਰੇ ਵਿੱਚ ਦੀਵਾ ਬਾਲਿਆ ਜਾਵੇ ਤੇ ਪ੍ਰਕਾਸ਼ ਹੋ ਜਾਂਦਾ ਹੈ, ਤਿਵੇਂ ਮਹਾਰਾਜ ਸਾਡੇ ਹਿਰਦੇ ਰੂਪ ਘਰ ਦੇ ਅੰਦਰ ਅਗਿਆਨ ਦਾ ਹਨੇਰਾ, ਜਹ ਗਿਆਨ ਪ੍ਰਗਾਸ ਤਹ ਅਗਿਆਨ ਮਿਟੰਤ। ਜਿਵੇਂ ਸੂਰਜ ਚੜ੍ਹਦਾ ਹੈ, ਸੂਰਜ ਦੇ ਪ੍ਰਤੀਬਿੰਬ ਕਰਕੇ ਹਨੇਰਾ ਦੂਰ ਹੋ ਜਾਂਦਾ, ਸਭ ਥਾਵਾਂ ਤੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ। ਔਰ ਇਉਂ ਮਹਾਰਾਜ ਕਹਿੰਦੇ ਹਿਰਦਾ ਰੂਪੀ ਘਰ ਹੈ, ਜਿੱਥੇ ਅਗਿਆਨ ਦੀ ਗਾਫਲਤਾ ਛਾਈ, ਹਨੇਰਾ ਹੀ ਹਨੇਰਾ ਹੈ। ਔਰ ਹਜ਼ੂਰ ਬਖਸ਼ਿਸ਼ ਕਰਦੇ ਹਨ, ਜੇ ਸਤਿਗੁਰੂ ਜੀ ਦਾ ਗਿਆਨ ਰੂਪੀ ਦੀਵਾ ਹਿਰਦੇ ਅੰਦਰ ਜਗਾ ਦਿੱਤਾ ਜਾਵੇ, ਫਿਰ ਪ੍ਰਕਾਸ਼ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਨਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਮਿਟਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ਬਦ ਦੀਵੇ ਦੀ ਤਰ੍ਹਾਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਹੈ ਪਰਮਾਤਮਾ ਤੁਹਾਡਾ ਜੋ ਗਿਆਨ ਰੂਪੀ ਮਹਾਰਾਜ ਦੀਵਾ ਹੈ, ਜਗਿਆਸੂ ਜਨਾਂ ਨੇ ਹਿਰਦੇ ਅੰਦਰ ਮਹਾਰਾਜ ਪ੍ਰਕਾਸ਼ ਕੀਤਾ ਹੈ। ਮਹਾਰਾਜ ਆਪ ਜੀ ਦਾ ਸ਼ਬਦ ਰੂਪੀ ਦੀਪਕ ਹਿਰਦੇ ਅੰਦਰ ਬਾਲ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਭਰਤਾ ਚਿਤਵਤ ਪੂਰਨ ਆਸਾ, ਜਿਵੇਂ ਸਾਧ ਸੰਗਤ ਜੀ, ਜੋ ਭਰਤਾ ਇੱਕ ਔਰਤ ਹੈ, ਪਤਨੀ ਹੈ, ਆਪਣੇ ਪਤੀ ਨੂੰ ਯਾਦ ਕਰਦੀ, ਜੋ ਪਰਦੇਸ ਗਿਆ ਹੋਇਆ ਹੈ, ਹਰ ਰੋਜ਼ ਬੜੇ ਪਿਆਰ ਦੇ ਵਿੱਚ ਭੇਜ ਕਰਕੇ ਆਪਣੇ ਪਤੀ ਦੀ ਯਾਦ ਵਿੱਚ ਜੁੜਦੀ ਹੈ। ਔਰ ਜਦੋਂ ਸਾਧ ਸੰਗਤ ਜੀ ਪਤੀ ਦੇ ਦਰਸ਼ਨ ਹੁੰਦੇ ਆ ਤੇ ਮਨ ਦੀ ਆਸਾ ਪੂਰੀ ਹੋ ਜਾਂਦੀ ਹੈ, ਮਨ ਵਿੱਚ ਆਸ ਲਾ ਲਾ ਕਰਕੇ ਬਾਰ-ਬਾਰ ਯਾਦ ਕਰਦੀ ਹੈ। ਤਿਵੇਂ ਇਹ ਜਗਿਆਸੂ ਰੂਪ ਇਸਤਰੀ ਹੈ, ਭਰਤਾ ਪਤੀ ਪਰਮੇਸ਼ਰ ਨੂੰ ਹਰ ਸਮੇਂ ਯਾਦ ਕਰਦੀ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਜਦੋਂ ਪਰਮਾਤਮਾ ਦੀ ਦਰਸ਼ਨਾਂ ਦੀ ਪ੍ਰਾਪਤ ਹੋ ਜਾਂਦੀ ਹੈ, ਪਰਮੇਸ਼ਰ ਸਨਮੁਖ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ਦਾ ਹੈ, ਫਿਰ ਜਗਿਆਸੂ ਰੂਪ ਸਖੀ ਦੀ ਮਨ ਦੀ ਜਿਹੜੀ ਆਸਾ ਹੁੰਦੀ ਹੈ ਪੂਰੀ ਹੋ ਜਾਂਦੀ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਫਿਰ ਪਰਮਾਤਮਾ ਦੇ ਸਰੂਪਾਨੰਦ ਨੂੰ ਮਾਣਦੀ ਹੈ। ਮਿਲ ਪ੍ਰੀਤਮ ਜਿਉ ਹੋਤ ਆਨੰਦਾ, ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਕਿ ਜਿਵੇਂ ਪ੍ਰੀਤਮ ਪਿਆਰੇ ਪਰਮੇਸ਼ਰ ਦੇ ਨਾਲ ਮਿਲਣੇ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ। ਤਿਉ ਹਰ ਰੰਗ ਮਨ ਰੰਗੀਨਾ ਜੀਓ, ਇਹ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜੋ ਮਨ ਹੈ, ਆਪ ਜੀ ਪ੍ਰੇਮ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਮਹਾਰਾਜ ਸਾਡਾ ਜੋ ਮਨ ਹੈ ਤੁਹਾਡੇ ਨਾਮ ਰੰਗ ਦੇ ਵਿੱਚ ਰੰਗਿਆ ਗਿਆ ਹੈ, ਐਸੀ ਆਪ ਨੇ ਮਹਾਰਾਜ ਕਿਰਪਾ ਕੀਤੀ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਜਿਹੜੇ ਜਗਿਆਸੂ ਦੀ ਮਨ ਦੀ ਭਾਵਨਾ ਹੈ ਨਾ, ਜਿਸ ਦੇ ਹਿਰਦੇ ਰੂਪ ਕੱਪੜੇ ਤੇ ਪ੍ਰੇਮ ਦਾ ਰੰਗ ਚੜ੍ਹਿਆ, ਉਹ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ। ਸੰਤਨ ਮੋਕਾਓ ਹਰ ਮਾਰਗ ਪਾਇਆ, ਬੰਦਗੀ ਕਰਨ ਵਾਲੇ ਜੋ ਸਤਿਪੁਰਸ਼ ਹਨ, ਤਿਨਾਂ ਨੇ ਸਾਨੂੰ ਭਾਵ ਭਗਤੀ ਦੇ ਮਾਰਗ ਤੇ ਪਾਵਨਾ ਕੀਤਾ ਹੈ। ਕਿਉਂਕਿ ਜੀਵਨ ਦੇ ਅੰਦਰ ਪੂਰਨ ਮਹਾਂਪੁਰਖ ਦੀ ਪ੍ਰਾਪਤੀ ਹੋ ਜਾਵੇ ਨਾ, ਸੰਗਤ ਮਿਲ ਜਾਵੇ, ਸਾਧ ਸੰਗਤ ਜੀ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ। ਹਜ਼ੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਸਾਧ ਕੈ ਸੰਗ ਨਹੀਂ ਕਛ ਘਾਲ। ਕਹਿੰਦੇ ਕਿ ਬਹੁਤੀ ਘਾਲਣਾ ਨਹੀਂ ਜ਼ਿੰਦਗੀ ਵਿੱਚ ਕਰਨੀ ਪੈਂਦੀ, ਜੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਮਿਲ ਜਾਵੇ ਤਾਂ। ਔਰ ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜੋ ਆਪ ਪਰਮਾਰਸ ਦੇ ਰਸਤੇ ਤੇ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਨੂੰ ਮੰਜ਼ਿਲ ਤੇ ਪੁੱਜ ਗਏ ਹੈ, ਤਿਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਸਾਨੂੰ ਪਰਮਾਰਸ ਦੇ ਰਸਤੇ ਤੇ ਚਲਾਉਣਾ ਕੀਤਾ ਹੈ, ਭਾਵ ਭਗਤੀ ਦਾ ਮਾਰਗ ਧਾਰਨ ਕਰਾਇਆ ਹੈ। ਸਾਧ ਕਿਰਪਾਲ ਹਰ ਸੰਗ ਗਿਝਾਇਆ, ਫਿਰ ਸਾਧੂ ਜਨਾਂ ਦੀ ਕਿਰਪਾਲ, ਜਿਨ੍ਹਾਂ ਨੇ ਕਿਰਪਾਲੂ ਹੋ ਕਰਕੇ ਸਾਨੂੰ ਐਸੀ ਸਿੱਖਿਆ ਦਿੱਤੀ ਹੈ, ਜੋ ਪਰਮਾਤਮਾ ਦੇ ਭਾਵ ਭਗਤੀ ਦੇ ਮਾਰਗ ਤੇ ਸਾਨੂੰ ਚਲਾਉਣਾ ਕੀਤਾ ਹੈ। ਨਾਮ ਜਪਣ ਦੀ ਗਿਝਾਇਆ ਸਾਨੂੰ ਆਦਤ ਪਾ ਦਿੱਤੀ ਹੈ। ਜਿਵੇਂ ਕਹਿੰਦੇ ਕਿਸੇ ਨੂੰ ਇਹ ਗੇਜ ਪਈ ਹੋਈ ਹੈ, ਭਾਵ ਆਦਤ। ਇੱਕ ਵਾਰ ਜਿਵੇਂ ਸਾਧ ਸੰਗਤ ਜੀ ਬੱਚਾ ਹੋਵੇ ਨਾ, ਬੱਚੇ ਨੂੰ ਜਿੱਦਾਂ ਦੀ ਆਦਤ ਪਾ ਦਈਏ ਉਦਾਂ ਦੇ ਉਹ ਕੰਮ ਕਰਦਾ ਹੈ। ਆਦਤ ਚੰਗੀ ਹੋਵੇ ਭਾਵੇਂ ਮੰਦੀ। ਘਰਾਂ ਵਿੱਚ ਆਪ ਨੇ ਦੇਖਿਆ ਹੀ ਹੋਵੇਗਾ, ਜਿਸ ਘਰ ਦੇ ਵਿੱਚ ਸਾਧ ਸੰਗਤ ਜੀ ਜਿੱਦਾਂ ਦੇ ਬੋਲ ਬੋਲੇ ਜਾਂਦੇ ਬੱਚੇ ਉਦਾਂ ਦੀ ਬੋਲੀ ਸਿੱਖ ਲੈਂਦੇ ਆ।
ਚਾਹੇ ਕੋਈ ਚੰਗੇ ਬੋਲ ਬੋਲਦਾ ਚਾਹੇ ਮੰਦੇ। ਘਰ ਦੇ ਵਿੱਚ ਕੋਈ ਗਾਲਾਂ ਕੱਢਦਾ ਹੋਵੇ ਨਾ ਤੇ ਬੱਚਾ ਵੀ ਗਾਲਾਂ ਕੱਢਣੀਆਂ ਸਿੱਖ ਜਾਂਦਾ ਹੈ। ਕੋਈ ਉਹਨੂੰ ਵਿਸ਼ੇਸ਼ ਕਰਕੇ ਸਪੈਸ਼ਲ ਤੌਰ ਤੇ ਕੋਈ ਇਹ ਸਿੱਖਿਆ ਨਹੀਂ ਦਿੱਤੀ ਜਾਂਦੀ। ਇਹ ਇੱਦਾਂ ਦੇ ਜਿਹੜੇ ਗੁਣ ਚਾਹੇ ਔਗਣੇ ਆ ਉਹ ਬੱਚਾ ਘਰ ਦੇ ਵਿੱਚੋਂ ਸੁਭਾਵਿਕ ਹੀ ਸਿੱਖ ਲੈਂਦਾ ਆ, ਕਿਉਂਕਿ ਬੱਚਾ ਕਿ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਤੇ ਕੋਰੇ ਕਾਗਜ਼ ਤੇ ਜੋ ਵੀ ਲਿਖ ਦਈਏ ਉਹੋ ਹੀ ਉਗਰਦਾ ਹੈ, ਉਹੋ ਹੀ ਸਾਹਮਣੇ ਪ੍ਰਗਟ ਹੁੰਦਾ ਹੈ। ਇਉਂ ਬੱਚੇ ਨੂੰ ਜਿੱਦਾਂ ਦੀ ਸਿੱਖਿਆ ਦਿੱਤੀ ਜਾਵੇ ਨਾ ਉਹ ਕੁਝ ਹੀ ਸਿੱਖਦਾ, ਜਿੱਦਾਂ ਦੀ ਆਦਤ ਪਾ ਦਿੱਤੀ ਜਾਵੇ। ਇਹ ਸਾਧ ਸੰਗਤ ਜਿਹੜਾ ਜਗਿਆਸੂ ਹੈ ਇਹ ਬੱਚੇ ਦੀ ਤਰ੍ਹਾਂ ਹੈ, ਔਰ ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਉਹ ਮਹਾਂਪੁਰਖ ਮਾਤਾ ਪਿਤਾ ਦੀ ਤਰ੍ਹਾਂ ਨੇ। ਜਾਂ ਇਉਂ ਕਹਿ ਲਈਏ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਮਾਤਾ ਪਿਤਾ ਸਰੂਪ ਹੈ। ਜਿਵੇਂ ਉਹ ਬੰਦਗੀ ਕਰਨ ਵਾਲੇ ਮਹਾਂਪੁਰਖ ਹੈ, ਜਿੱਦਾਂ ਦੀ ਸਿੱਖਿਆ ਦੇ ਦੇਣ ਉੱਦਾਂ ਦੇ ਜੀਵਨ ਦੇ ਵਿੱਚ ਆਦਤ ਪੈ ਜਾਂਦੀ ਹੈ। ਤੇ ਸਾਧ ਸੰਗਤ ਜੀ ਜੋ ਮਹਾਂਪੁਰਖ ਹੈ ਉਹਨਾਂ ਨੇ ਮਾੜੀ ਸਿੱਖਿਆ ਤੇ ਦੇਣੀ ਨਹੀਂ ਹੈ। ਸੱਚਾ ਮਹਾਂਪੁਰਖ ਹੋਵੇ, ਬੰਦਗੀ ਕਰਨ ਵਾਲਾ ਸਤਿਪੁਰਸ਼ ਹੋਵੇ, ਕੇਵਲ ਭੇਖ ਵਾਲਾ ਨਹੀਂ। ਕਿਉਂਕਿ ਜਿਹੜਾ ਕੇਵਲ ਵਿਖਾਵੇ ਦਾ ਭੇਖ ਬਣਾ ਕੇ ਜੀਵਨ ਦੇ ਵਿੱਚ ਰੱਖਦਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ, ਉਹ ਪਰਮੇਸ਼ਰ ਦੀ ਪੂਜਾ ਵਿੱਚ ਨਹੀਂ ਆਪਣੀ ਪੂਜਾ ਵਿੱਚ ਜ਼ਰੂਰ ਲਗਾਵੇਗਾ, ਆਪਣੀ ਪੂਜਾ ਕਰਾਵੇਗਾ, ਆਪਣੀਆਂ ਵਡਿਆਈਆਂ ਕਰਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹਨ, ਸਾਧ ਕਿਰਪਾਲ ਹਰ ਸੰਗ ਗਿਜਾਇਆ। ਪਰਮੇਸ਼ਰ ਦੇ ਨਾਲ ਮਿਲਣ ਦੇ ਵਾਸਤੇ ਨਾਮ ਜਪਣ ਦੀ ਸਾਨੂੰ ਆਦਤ ਪਾ ਦਿੱਤੀ ਹੈ। ਵਾਹਿਗੁਰੂ ਦੇ ਨਾਲ ਮਿਲਣ ਦੇ ਵਾਸਤੇ ਐਸੀ ਗੇਜ ਪਾਈ ਹੈ। ਹਰ ਹਮਰਾ ਹਮ ਹਰ ਕੇ ਦਾਸੇ। ਪਰਮੇਸ਼ਰ ਸਾਡਾ ਹੈ ਔਰ ਅਸੀਂ ਪਰਮੇਸ਼ਰ ਦੇ ਦਾਸਰੇ ਹਾਂ। ਮਹਾਰਾਜ ਕਹਿੰਦੇ ਐਸੀ ਹੁਣ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਸਾਨੂੰ ਆਪਣੇ ਦਾਸਰੇ ਬਣਾ ਲਿਆ ਹੈ। ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਜਿਨ੍ਹਾਂ ਦੇ ਹਿਰਦੇ ਅੰਦਰ ਸੱਚਾ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ, ਸੱਚਾ ਉਪਦੇਸ਼ ਗਰੀਬ ਨਿਵਾਜ ਸਤਿਗੁਰਾਂ ਨੇ ਹਿਰਦੇ ਅੰਦਰ ਵਸਾ ਦਿੱਤਾ ਹੈ, ਉਹ ਗੁਰਮੁਖ ਪਿਆਰੇ ਨਿਸ਼ਚੈ ਕਰਕੇ ਜਾਣ ਲੈਂਦੇ ਕਿ ਪ੍ਰਮਾਤਮਾ ਆਪ ਤੋਂ ਬਿਨਾਂ ਸੱਚਾ ਕੋਈ ਵੀ ਨਹੀਂ ਹੈ ਜਗਤ ਅੰਦਰ। ਹੇ ਪ੍ਰਮਾਤਮਾ ਮਹਾਰਾਜ ਅਸੀਂ ਆਪ ਜੀ ਦੇ ਦਾਸਰੇ ਹਾਂ, ਤੁਸੀਂ ਸਾਡੇ ਮਹਾਰਾਜ ਹੋ। ਹੇ ਮਹਾਰਾਜ ਤੁਹਾਡੇ ਤੋਂ ਬਿਨਾਂ ਸਾਡਾ ਕੌਣ ਹੈ ਜੋ ਲੋਕ ਪਰਲੋਕ ਦੇ ਵੀ ਸਾਡੀ ਰੱਖਿਆ ਕਰ ਸਕੇ। ਆਜ ਮਹੱਲਾ ਪੰਜਵਾ। ਅੰਮ੍ਰਿਤ ਨਾਮ ਸਦਾ ਨਿਰਮਲਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਜੋ ਅੰਮ੍ਰਿਤ ਵਰਗਾ ਮਿਠਾਸ ਭਰਿਆ ਹੈ, ਫਿਰ ਨਿਰਮਲ ਹੈ, ਉਜਲ ਹੈ। ਜਿਵੇਂ ਪਾਣੀ ਦਾ ਸੁਭਾਅ ਹੈ ਸਾਧ ਸੰਗਤ ਜੀ ਮੈਲ ਨੂੰ ਦੂਰ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਵੀ ਐਸਾ ਨਿਰਮਲ ਹੈ। ਜੇ ਭਾਵਨਾ ਦੇ ਨਾਲ ਜਗਿਆਸੂ ਵਾਹਿਗੁਰੂ ਦਾ ਨਾਮ ਜਪਦਾ ਹੈ, ਸਤਿਗੁਰੂ ਜੀ ਕਹਿੰਦੇ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਹਉਮੈ ਦੀ, ਪਾਪ ਕਰਮਾਂ ਦੀ, ਅਗਿਆਨ ਦੀ ਮਲੀਨਤਾ ਦੂਰ ਹੋ ਜਾਂਦੀ ਹੈ। ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਹੈ, ਨਿਰਮਲ ਨਾਮ ਪਰਮਾਤਮਾ ਦਾ ਹੈ, ਹਜੂਰ ਆਖ ਰਹੇ ਹਨ ਉਹਨਾਂ ਗੁਰਮੁਖਾਂ ਦਾ ਹਿਰਦਾ ਵੀ ਨਿਰਮਲ ਹੋ ਜਾਣਾ ਕੀਤਾ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਪਾਪ ਕਰਮਾਂ ਦੇ ਨਾਲ ਮਤ ਭਰੀ ਹੋਈ ਉਹਨੂੰ ਨਾਮ ਰੂਪ ਜਲ ਦੇ ਨਾਲ ਧੋਤਾ ਜਾ ਸਕਦਾ ਹੈ। ਇਸ ਲਈ ਹਜੂਰ ਕਹਿੰਦੇ ਵਾਹਿਗੁਰੂ ਦਾ ਨਾਮ ਅਮਰ ਕਰ ਦੇਣ ਵਾਲੀ ਸ਼ਕਤੀ ਐਸਾ ਉਜਲ ਨਾਮ ਹੈ। ਅੰਮ੍ਰਿਤ ਨਾਮ ਸਦਾ ਨਿਰਮਲਿਆ। ਫਿਰ ਸਦਾ ਵਾਸਤੇ ਪਰਮੇਸ਼ਰ ਦਾ ਨਾਮ ਉਜਲ ਹੈ। ਇਹ ਨਹੀਂ ਹੈ ਕਿ ਮਾਇਆ ਦੀ ਮੈਲ ਦੇ ਸਹਿਤ ਹੋ ਜਾਂਦਾ, ਨਹੀਂ, ਮਾਇਆ ਦੀ ਮੈਲ ਨੂੰ ਜ਼ਰੂਰ ਦੂਰ ਜ਼ਰੂਰ ਕਰ ਦਿੰਦਾ ਹੈ। ਇਸ ਪ੍ਰਕਾਰ ਹੰਕਾਰ ਦੀ, ਫਿਰ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਪਾਪ ਕਰਮਾਂ ਦੀ ਮੈਲ ਧੋ ਜ਼ਰੂਰ ਦਿੰਦਾ, ਪਰ ਇਹ ਨਹੀਂ ਹੈ ਕਿ ਪਰਮੇਸ਼ਰ ਦਾ ਨਾਮ ਜੇ ਥੋੜ੍ਹੇ ਸਮੇਂ ਵਾਸਤੇ ਉਜਲ ਤੇ ਬਾਅਦ ਵਿੱਚ ਮਾਇਆ ਦੀ ਮੈਲ ਸਹਿਤ ਹੋ ਜਾਵੇ, ਨਹੀਂ, ਸਦਾ ਨਿਰਮਲੀ ਆ। ਸਦੀਵੀ ਕਾਲ ਵਾਸਤੇ ਜਿਵੇਂ ਪਰਮਾਤਮਾ ਦਾ ਉਜਲ ਸਰੂਪ ਹੈ, ਤਿਵੇਂ ਪਰਮੇਸ਼ਰ ਦਾ ਨਾਮ ਵੀ ਸਦਾ ਲਈ ਉਜਲ ਜਾਣਨਾ ਕਰੋ। ਸੁਖਦਾਈ ਦੁਖ ਬਿਡਾਰਨ ਹਰੀਆ। ਹਜੂਰ ਕਹਿੰਦੇ ਪਰਮੇਸ਼ਰ ਦਾ ਨਾਮ ਫਿਰ ਸੁਖਦਾਇਕ ਹੈ, ਜੀਵ ਦੇ ਹਿਰਦੇ ਅੰਦਰ ਪਰਮ ਸੁਖ ਦੀ ਦਾਤ ਬਖਸ਼ਦਾ ਹੈ।
ਜਗਤ ਅੰਦਰ ਮਨੁੱਖ ਧਨ ਨੂੰ ਪਾ ਕੇ, ਪਦਾਰਥਾਂ ਨੂੰ ਛਕ ਕੇ ਜਾਂ ਰੰਗਾ ਰੰਗਾ ਦੀ ਦੁਨੀਆ ਨੂੰ ਦੇਖ ਕਰਕੇ ਕਹਿੰਦਾ ਬੜਾ ਸੁੱਖ ਆਇਆ, ਪਰ ਉਹ ਸੁੱਖ ਕੇਵਲ ਤੁਛ ਮਾਤਰ ਦੇ ਸਮੇਂ ਲਈ ਹੁੰਦਾ ਹੈ। ਪਰਮਾਤਮਾ ਦੇ ਨਾਮ ਦਾ ਜੋ ਪਰਮ ਸੁੱਖ ਹੈ, ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ। ਐਸਾ ਸੁਖਦਾਇਕ ਪਰਮੇਸ਼ਰ ਦਾ ਨਾਮ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਖ ਰਹੇ ਹਨ, ਸੁਖਦਾਈ ਦੁੱਖ ਬਿਡਾਰਨ ਹਰੀਆ। ਦੁੱਖਾਂ ਨੂੰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਸੁੱਖਾਂ ਨੂੰ ਹਿਰਦੇ ਅੰਦਰ ਪ੍ਰਵੇਸ਼ ਕਰਾਉਣ ਵਾਲਾ ਪਰਮੇਸ਼ਰ ਦਾ ਸੱਚਾ ਨਾਮ ਹੈ। ਐਸਾ ਮਹਾਰਾਜ ਕਹਿੰਦੇ ਸੁਖਦਾਇਕ ਪਰਮੇਸ਼ਰ ਦਾ ਨਾਮ ਹੈ। ਹਰ ਕੋ ਨਾਮ ਸਦਾ ਸੁਖਦਾਈ। ਮਹਾਰਾਜ ਕਹਿੰਦੇ ਸਦੀਵੀ ਕਾਲ ਵਾਸਤੇ ਸੁਖਦਾਇਕ ਪਰਮੇਸ਼ਰ ਦਾ ਨਾਮ ਹੈ। ਅਵਰ ਸਾਧ ਚਖ ਸਗਲੇ ਦੇਖੇ। ਜਗਿਆਸੂ ਮੁਖ ਦੁਆਰਾ ਫਰਮਾਉਂਦੇ ਹੈ ਪਰਮਾਤਮਾ, ਜਗਤ ਦੇ ਹੋਰ ਜਿੰਨੇ ਵੀ ਸਵਾਦਲੇ ਪਦਾਰਥ ਹਨ, ਜਿੰਨੇ ਵੀ ਦੁਨੀਆ ਦੇ ਰਸ ਹੈ, ਸਭ ਚੱਖ ਕਰਕੇ ਦੇਖੇ ਹਨ। ਮਨ ਹਰ ਰਸ ਸਭ ਤੇ ਮੀਠਾ ਜੀਓ। ਪਰ ਮਹਾਰਾਜ ਸਾਡੇ ਮਨ ਨੂੰ ਸਭ ਤੋਂ ਸ਼੍ਰੋਮਣੀ ਤੇ ਪਰਮ ਰਸ ਤੁਹਾਡੇ ਨਾਮ ਦੀ ਲੱਗਣਾ ਕੀਤਾ ਹੈ। ਪਰਮੇਸ਼ਰ ਤੁਹਾਡੇ ਨਾਮ ਦੇ ਸਮਾਨ ਕੋਈ ਮਿਠਾਸ ਭਰਿਆ ਦੁਨੀਆ ਦਾ ਰਸ ਨਹੀਂ ਹੈ। ਯੋਗ ਰਸ, ਸੰਸਾਰ ਦੇ ਪਦਾਰਥਾਂ ਦਾ ਭੋਗ ਰਸ, ਵਿਸ਼ਿਆਂ ਦਾ ਭੋਗ ਰਸ, ਜਿੰਨੇ ਵੀ ਸੰਸਾਰ ਦੇ ਰਸ ਹੈ, ਕਿਉਂਕਿ ਇਕੱਲਾ ਜ਼ੁਬਾਨ ਦਾ ਪਦਾਰਥਾਂ ਦਾ ਰਸ ਨਹੀਂ ਹੈ। ਜ਼ੁਬਾਨ ਦੋ ਤਰ੍ਹਾਂ ਦੇ ਰਸ ਪ੍ਰਾਪਤ ਕਰਦੀ ਹੈ। ਇੱਕ ਬੋਲਣ ਦਾ, ਜੇ ਪਰਾਈ ਨਿੰਦਿਆ ਕਰਨ ਦਾ ਜਾਂ ਝੂਠ ਬੋਲਣ ਦਾ, ਕਿਸੇ ਨੂੰ ਦੁਨੀਆ ਦੇ ਗੱਲਾਂ ਦਾ ਵੀ ਬੜਾ ਰਸ ਮਾਣਦੇ ਆ। ਔਰ ਦੂਜੇ ਪਦਾਰਥਾਂ ਦੇ ਛਕਣ ਦਾ ਇਹ ਜ਼ੁਬਾਨ ਰਸ ਮਾਣਦੀ ਹੈ। ਕੰਨ ਵੀ ਰਸ ਲੈਂਦੇ ਆ, ਉਹ ਸੁਣਨ ਦਾ ਰਸ ਲੈਂਦੇ ਆ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਇੰਦਰੀਆਂ ਦੇ ਰਸ ਹੈ, ਔਰ ਜਿੰਨੇ ਪਦਾਰਥਾਂ ਦੇ ਛਕਣ ਦੇ, ਵਿਸ਼ਿਆਂ ਦੇ, ਵਿਕਾਰਾਂ ਦੇ ਰਸ ਹੈ, ਯੋਗ ਦੇ ਰਸ ਹੈ, ਮਹਾਰਾਜ ਕਹਿੰਦੇ ਸਭ ਚੱਖ ਕਰਕੇ ਦੇਖ ਲਏ, ਪਰ ਪਰਮੇਸ਼ਰ ਦੇ ਨਾਮ ਰਸ ਤੋਂ ਬਿਨਾਂ ਕੋਈ ਮਿਠਾਸ ਭਰਿਆ ਰਸ ਨਹੀਂ ਪ੍ਰਾਪਤ ਹੋਇਆ। ਸਭ ਤੋਂ ਉੱਤਮ ਪਰਮੇਸ਼ਰ ਦਾ ਪਰਮ ਰਸ ਹੈ। ਜੋ ਜੋ ਪੀਵੈ ਸੋ ਤ੍ਰਿਪਤਾਵੈ। ਜੋ ਜੋ ਕੋਈ ਪ੍ਰਾਣਾ ਧਾਰੀ ਜੀਵ ਪ੍ਰਮਾਤਮਾ ਦੇ ਪਰਮ ਰਸ ਨੂੰ ਪੀਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ। ਹਿਰਦੇ ਕਰਕੇ ਉਹ ਰੱਜ ਜਾਂਦਾ ਹੈ। ਕਿਉਂਕਿ ਜਦੋਂ ਤੱਕ ਮਨੁੱਖ ਦਾ ਮਨ ਨਾ ਰੱਜੇ, ਉਦੋਂ ਤੱਕ ਕਦੇ ਵੀ ਸਾਧ ਸੰਗਤ ਜੀ ਤ੍ਰਿਪਤ ਨਹੀਂ ਹੋ ਸਕਦਾ। ਤੇ ਹਜੂਰ ਨੇ ਫਰਮਾਨ ਕੀਤਾ ਹੈ ਨਾ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਦੀ ਦਾਤ ਹਿਰਦੇ ਅੰਦਰ ਆਵੇਗੀ ਤਾਂ ਹੀ ਰੱਜੇਗਾ। ਇਹ ਸੰਤੋਖ ਦੀ ਦਾਤ ਤਾਂ ਆਵੇ ਜੀ ਕਿ ਪ੍ਰਮਾਤਮਾ ਦੇ ਪਰਮ ਰਸ ਨੂੰ ਪੀਵੇਗਾ, ਦੁਨੀਆ ਦੇ ਰਸਾਂ ਤੋਂ ਉਪਰਾਮ ਹੋਵੇਗਾ। ਮਹਾਰਾਜ ਆਖ ਰਹੇ, ਜਿਨ੍ਹਾਂ ਨੇ ਵਾਹਿਗੁਰੂ ਦੇ ਪਰਮ ਰਸ ਨੂੰ ਪੀਤਾ, ਤਿਨਾਂ ਗੁਰਮੁਖਾਂ ਦਾ ਹਿਰਦਾ ਤ੍ਰਿਪਤ ਹੋਇਆ ਹੈ। ਅਮਰ ਹੋਵੇ ਜੋ ਨਾਮ ਰਸ ਪਾਵੇ। ਉਹ ਗੁਰਮੁਖ ਪਿਆਰੇ ਅਮਰ ਹੋ ਗਏ ਹੈ, ਮੌਤ ਤੋਂ ਰਹਿਤ ਹੋ ਗਏ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪਾ ਲਿਆ ਹੈ। ਨਾਮ ਨਿਧਾਨ ਤਿਸ ਹੈ ਪ੍ਰਾਪਤ। ਹਜੂਰ ਕਹਿੰਦੇ ਹਨ ਕਿ ਐਸੀ ਨਾਮ ਦੀ ਅਮੋਲਕ ਦਾਤ ਜੋ ਨੌ ਨਿਧੀਆਂ ਦਾ ਖਜ਼ਾਨਾ ਹੈ, ਅਮੋਲਕ ਦਾਤ ਹੈ, ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਈ ਹੈ। ਜਿਸ ਸ਼ਬਦ ਗੁਰੂ ਮਨ ਬੂਠਾ ਜੀਓ। ਜਿਨ੍ਹਾਂ ਦਾ ਮਨ ਸਤਿਗੁਰੂ ਜੀ ਦੇ ਸੱਚੇ ਸ਼ਬਦ ਦੇ ਵਿੱਚ ਲੱਗ ਗਿਆ ਹੈ, ਅਥਵਾ ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਦਾ ਉਪਦੇਸ਼ ਆ ਕੇ ਵਸ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਨਾਮ ਅੰਮ੍ਰਿਤ ਨੂੰ ਪੀਤਾ ਹੈ। ਜਿਵੇਂ ਸਾਧ ਸੰਗਤ ਜੀ ਬੱਚੇ ਨੂੰ ਪਾਣੀ ਦਾ ਗਿਲਾਸ ਭਰ ਕੇ ਫੜਾ ਦਿੱਤਾ ਜਾਵੇ, ਬੱਚਾ ਹੈ, ਉਹਨੂੰ ਅਜੇ ਫੜਨ ਦੀ ਜਾਚ ਵੀ ਨਹੀਂ ਹੈ, ਤੇ ਪਹਿਲਾਂ ਉਹਨੂੰ ਸਿੱਖਿਆ ਦੇਣੀ ਪਵੇਗੀ ਨਾ, ਸਮਝਾਉਣਾ ਪਵੇਗਾ ਕਿ ਕਿੱਦਾਂ ਇਹ ਪਾਣੀ ਪੀਣਾ ਹੈ, ਕਿਸ ਢੰਗ ਦੇ ਨਾਲ, ਤਾਂ ਫਿਰ ਤੇਰੀ ਪਿਆਸ ਬੁਝੇਗੀ। ਨਹੀਂ ਤੇ ਜਿਹੜਾ ਅਣਜਾਣ ਛੋਟਾ ਬੱਚਾ ਹੋਵੇ ਪਾਣੀ ਡੋਲ ਦਿੰਦਾ ਹੈ। ਇਹ ਮਹਾਰਾਜ ਕਹਿੰਦੇ ਜੇਕਰ ਜੀਵ ਨੂੰ ਸਤਿਗੁਰੂ ਜੀ ਦੀ ਸਿੱਖਿਆ ਨਹੀਂ ਨਾ ਪ੍ਰਾਪਤ ਹੋਈ, ਮਹਾਰਾਜ ਜੀ ਦਾ ਉਪਦੇਸ਼ ਨਹੀਂ ਜੀਵਨ ਦੇ ਵਿੱਚ ਕਮਾਇਆ, ਭਾਵੇਂ ਨਾਮ ਦੀ ਦਾਤ ਵੀ ਪ੍ਰਾਪਤ ਕਰ ਲਈ, ਪਰ ਉਹ ਨਾਮ ਦੇ ਵਿੱਚੋਂ ਰਸ ਨਹੀਂ ਪ੍ਰਾਪਤ ਕਰ ਸਕਦਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਦਾ ਉਪਦੇਸ਼ ਵਸ ਗਿਆ, ਉਹਨਾਂ ਗੁਰਮੁਖਾਂ ਨੇ ਅਮਰ ਕਰ ਦੇਣ ਵਾਲੀ ਸ਼ਕਤੀ ਪ੍ਰਮਾਤਮਾ ਦੇ ਪਰਮ ਰਸ ਨੂੰ ਮਾਣਿਆ ਹੈ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਪਾ ਲਿਆ, ਉਹ ਤ੍ਰਿਪਤ ਹੋ ਗਏ ਹੈ। ਸਰੀਰ ਕਰਕੇ, ਤਨ ਕਰਕੇ ਵੀ ਤ੍ਰਿਪਤ ਹੋ ਗਏ,
ਤੇ ਅਗਾਨਾ ਉਹ ਮਨ ਕਰਕੇ ਵੀ ਰੱਜ ਗਏ ਹਨ, ਅਥਵਾ ਲੋਕ ਪਰਲੋਕ ਦੇ ਸੁੱਖਾਂ ਵੱਲੋਂ ਤ੍ਰਿਪਤ ਹੋ ਗਏ ਹੈ। ਨਾ ਦੁਨੀਆ ਦੇ ਸੁੱਖ ਨਾ ਬ੍ਰਹਮ ਲੋਕ ਦੇ ਸੁੱਖ ਮਨ ਨੂੰ ਚੰਗੇ ਲੱਗਦੇ, ਕੇਵਲ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ। ਹੇ ਪਰਮਾਤਮਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕਿਉਂਕਿ ਸਭ ਆਸਾਂ ਸਭ ਮਨ ਦੇ ਸੰਸਾਰ ਦੇ ਸੁੱਖਾਂ ਦੀਆਂ ਜੋ ਇੱਛਾਵਾਂ ਸਨ ਪੂਰੀਆਂ ਹੋ ਗਈਆਂ ਨੇ। ਕੋਈ ਮਨ ਨੂੰ ਦੁਨੀਆ ਦੇ ਸੁੱਖਾਂ ਦੀ ਇੱਛਾ ਚੰਗੀ ਨਹੀਂ ਲੱਗਦੀ ਕਿ ਕਿਸੇ ਪ੍ਰਕਾਰ ਕੋਈ ਸੰਸਾਰ ਦਾ ਸੁੱਖ ਮਨ ਨੂੰ ਚੰਗਾ ਲੱਗਦਾ ਹੋਵੇ, ਨਹੀਂ। ਲੋਕ ਪਰਲੋਕ ਦੇ ਸੁੱਖਾਂ ਵੱਲੋਂ ਤ੍ਰਿਪਤ ਹੋ ਗਏ ਹਨ। ਜਿਨ ਹਰ ਸਾਧ ਪਾਇਆ ਸੋ ਨਾਹਿ ਡੁਲਾਨਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਸਵਾਦ ਨੂੰ ਪਾ ਲਿਆ ਹੈ, ਪਰਮੇਸ਼ਰ ਦੇ ਨਾਮ ਰਸ ਨੂੰ ਜਿਨ੍ਹਾਂ ਨੇ ਚਖਿਆ, ਉਹ ਫਿਰ ਜੀਵਨ ਕਰਕੇ ਕਦੇ ਡਾਵਾਂ ਡੋਲ ਨਹੀਂ ਹੁੰਦੇ। ਉਹਨਾਂ ਗੁਰਮੁਖਾਂ ਦਾ ਹਿਰਦਾ ਅਡੋਲ ਹੋ ਜਾਂਦਾ ਹੈ। ਭਾਵੇਂ ਉਹਨਾਂ ਨੂੰ ਕੋਈ ਲਾਲਚ ਵੀ ਦੇਣ ਦਾ ਯਤਨ ਕਰੇ, ਡਰਾਉਣ ਦਾ ਧਮਕਾਉਣ ਦਾ ਯਤਨ ਕਰੇ, ਉਹ ਗੁਰਮੁਖ ਪਿਆਰੇ ਕਦੇ ਵੀ ਧਰਮ ਤੋਂ ਆਪਣਾ ਮੁਖ ਨਹੀਂ ਮੋੜਦੇ। ਉਹ ਸਦਾ ਹੀ ਸੱਚ ਦੇ ਮਾਰਗ ਤੇ ਚੱਲਦੇ ਹੈ। ਭਾਵੇਂ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦੇ ਸਰੀਰ ਨੂੰ ਕੀਮਾ ਕਰ ਦਿੱਤਾ ਜਾਵੇ, ਆਰਿਆਂ ਦੇ ਨਾਲ ਚੀਰ ਕਰਕੇ ਸਰੀਰ ਦੇ 2 ਫਾੜ ਕਰ ਦਿੱਤੇ ਜਾਣ, ਭਾਵੇਂ ਬੰਦ ਵੀ ਕੱਢ ਦਿੱਤਾ ਜਾਵੇ, ਪਰ ਉਹ ਗੁਰਮੁਖ ਪਿਆਰੇ ਫਿਰ ਵੀ ਅਡੋਲ ਹੋ ਕੇ ਜੀਵਨ ਨਿਰਵਾਹ ਕਰਦੇ ਹਨ। ਤਿਸ ਹੈ ਪ੍ਰਾਪਤ ਹਰ ਹਰ ਨਾਮਾ। ਸਤਿਗੁਰੂ ਜੀ ਫਰਮਾਉਂਦੇ ਹਨ, ਪਰਮੇਸ਼ਰ ਦਾ ਨਾਮ ਸਭ ਤੋਂ ਅਮੋਲਕ ਦਾਤ, ਸ਼੍ਰੋਮਣੀ ਦਾਤ ਹੈ, ਸਭ ਤੋਂ ਉੱਚਾ ਤੇ ਸਭ ਤੋਂ ਸੁੱਚਾ ਹੈ। ਐਸੀ ਅਮੋਲਕ ਵਾਹਿਗੁਰੂ ਦੀ ਪਰਮ ਦਾਤ ਜੋ ਨਾਮ ਦੀ ਦਾਤ ਹੈ, ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਈ ਹੈ। ਜਿਸ ਮਸਤਕ ਭਾਗ ਈਠਾ ਜੀਓ। ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗੇ ਹਨ। ਭਾਗ ਈਠਾ ਹੁੰਦੇ ਆ ਜਿਹੜੇ ਪਵਿੱਤਰ ਤੇ ਜਿਨ੍ਹਾਂ ਨੂੰ ਵਧੀਆ ਚੰਗੇ ਭਾਗ ਆਖਿਆ ਜਾਂਦਾ। ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਪੂਰਬਲੇ ਸ਼੍ਰੋਮਣੀ ਭਾਗ ਜਾਗ ਪਏ ਹੈ, ਤੇ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ। ਸਤ ਸੰਗਤ ਬੜੀ ਅਮੋਲਕ ਦਾਤ ਹੈ, ਜਿਸ ਬਾਬਤ ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ। ਜਿਸ ਨਾਮ ਅੰਮ੍ਰਿਤ ਦੀ ਦਾਤ ਨੂੰ ਦੇਵੀ ਦੇਵਤੇ ਵੀ ਲੋਚਦੇ ਆ ਕਿ ਸਾਨੂੰ ਪ੍ਰਾਪਤ ਹੋ ਜਾਵੇ, ਪਰ ਪਰਮਾਤਮਾ ਨੇ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੇਵਲ ਮਨੁੱਖ ਇਹ ਮਾਨਸ ਜੀਵਨ ਦੇ ਵਿੱਚ ਐਸੀ ਨਾਮ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਉਹ ਦਾਤ ਕਿੱਥੋਂ ਪ੍ਰਾਪਤ ਹੁੰਦੀ ਹੈ? ਧੰਨ ਗੁਰੂ ਅਮਰਦਾਸ ਸਾਹਿਬ ਜੀ ਆਖਦੇ ਹਨ, ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪੂਰੇ ਸਤਿਗੁਰੂ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਭਾਗ ਈਠਾ ਜੀਓ। ਤਿੰਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗਦੇ ਹਨ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ। ਜਿਵੇਂ ਸਾਧ ਸੰਗਤ ਜੀ ਕਿਸੇ ਮਨੁੱਖ ਦੇ ਕੋਲ ਇੱਕ ਪਾਰਸ ਆ ਜਾਵੇ ਨਾ, ਤੇ ਉਹ 8 ਧਾਤਾਂ ਨੂੰ ਸੁਹਾ ਦੇਵੇ, ਤੇ ਸਾਧ ਸੰਗਤ ਜੀ ਉਹਨਾਂ ਨੂੰ ਕੰਚਨ ਸੋਨਾ ਬਣਾ ਦਿੰਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪਰਮੇਸ਼ਰ ਦਾ ਨਾਮ ਇੱਕ ਪਾਰਸ ਦੀ ਤਰ੍ਹਾਂ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਇਹ ਅਮੋਲਕ ਦਾਤ ਨਾਮ ਦੀ ਦਾਤ ਆ ਕਰਕੇ ਵਸ ਗਈ ਹੈ। ਜੋ ਵੀ ਉਹਨਾਂ ਗੁਰਮੁਖਾਂ ਦੀ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਕਰਦੇ, ਉਹਨਾਂ ਦਾ ਹਿਰਦਾ ਵੀ ਕੰਚਨ ਦੀ ਤਰ੍ਹਾਂ ਸ਼ੁੱਧ ਹੋ ਜਾਂਦਾ ਹੈ। 12 ਵੰਨੀ ਦੇ ਸ਼ੁੱਧ ਸੋਨੇ ਦੀ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਹਿਰਦਾ ਹੋ ਜਾਂਦਾ ਹੈ, ਜੋ ਨਾਮ ਰਸੀਆਂ ਦੀ ਸੰਗਤ ਕਰ ਲੈਂਦੇ ਆ। ਫਿਰ ਇਹੀ ਪੰਕਤੀ ਪੜੋ ਜੀ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ। ਹਜੂਰ ਕਹਿੰਦੇ ਹਨ ਕਿ ਇੱਕ ਪਰਮਾਤਮਾ ਦੇ ਸਰੂਪ ਜਿਨ੍ਹਾਂ ਨੇ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ, ਪੂਰੇ ਸਤਿਗੁਰੂ ਜੀ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਨੇ ਜਗਤ ਜਲੰਦੇ ਨੂੰ ਤਾਰਨ ਦੀ ਪਰਮਾਤਮਾ ਨੇ ਆਪ ਅਵਤਾਰ ਧਾਰਿਆ। ਔਰ ਗਰੀਬ ਨਵਾਜ ਸਤਿਗੁਰੂ ਜੀ ਨੇ ਬਹੁ ਤੇਰੇ ਬਹੁਤੀ ਲੋਕਾਈ ਨੂੰ ਭਵ ਸਾਗਰ ਤੋਂ ਤਾਰਨਾ ਕੀਤਾ ਹੈ। ਤਿਸ ਲਗ ਮੁਕਤ ਭਏ ਕਨੇਰੇ। ਮਹਾਰਾਜ ਕਹਿੰਦੇ, ਜੋ ਵੀ ਪੂਰੇ ਸਤਿਗੁਰੂ ਜੀ ਦੇ ਚਰਨੀ ਲੱਗੇ ਹੈ, ਕਨੇਰੇ ਬਹੁਤ ਜ਼ਿਆਦਾ ਉਹ ਭਵ ਸਾਗਰ ਤੋਂ ਤਰ ਗਏ ਹੈ, ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਗਏ ਹਨ।
ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕੀਤੀ ਹੈ। ਕਿਉਂਕਿ ਕਿਸੇ ਕਵੀ ਦਾ ਇਹ ਬਚਨ ਹੈ, ਤਾਰੇ ਗਿਨੇ ਜਾਤ ਨਾ ਤਾਰੇ ਗਿਨਾਤ ਹੈ। ਜਗਤ ਅੰਦਰ ਜੋ ਪਰਮਾਤਮਾ ਦੀ ਬਣਾਈ ਹੋਈ ਇਹ ਸ੍ਰਿਸ਼ਟੀ ਦੀ ਮਰਜ਼ਾਦਾ ਹੈ। ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਪਰਮੇਸ਼ਰ ਨੇ ਟਿਕਾਇਆ ਹੈ। ਆਕਾਸ਼ ਦੇ ਵਿੱਚ ਬੇਅੰਤ ਤਾਰੇ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਕਹਿੰਦੇ ਉਹਨਾਂ ਤਾਰਿਆਂ ਦੀ ਕੋਈ ਗਿਣਤੀ ਕਰ ਲਵੇ ਤਾਂ ਕਰ ਲਵੇ, ਪਰ ਜਿੰਨੇ ਜਗਤ ਦੇ ਜੀਵ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਵਸਾਗਰ ਤੋਂ ਤਾਰੇ ਹੈ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਹਜ਼ੂਰ ਕਹਿੰਦੇ ਜੋ ਵੀ ਪੂਰੇ ਸਤਿਗੁਰੂ ਜੀ ਦੇ ਚਰਨੀ ਲੱਗਾ, ਭਾਵੇਂ ਉਹ ਪਾਪੀ ਸੀ, ਚੋਰ ਸੀ, ਡਾਕੂ ਸੀ, ਚਾਹੇ ਕੋਈ ਪ੍ਰੇਤ ਸੀ, ਮਹਾਰਾਜ ਨੇ ਸਭ ਦਾ ਉਧਾਰ ਕੀਤਾ ਹੈ। ਇਹ ਸੱਚੇ ਤੇ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਗੁਰੂ ਕੀ ਬਾਣੀ ਦਾ ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ। हे ਮਹਾਰਾਜ, ਆਪ ਜੀ ਪਸ਼ੂਆਂ ਨੂੰ, ਪ੍ਰੇਤਾਂ ਨੂੰ ਸਭ ਦਾ ਉਧਾਰ ਕਰ ਦਿੰਦੇ ਹੋ। ਆਪ ਚਾਹੋ ਤਾਂ ਮਹਾਰਾਜ ਉਹ ਪੱਥਰਾਂ ਨੂੰ ਵੀ ਮਹਾਰਾਜ ਪਾਣੀ ਤੇ ਤਾਰ ਦਿੰਦੇ ਹੋ। ਇਸ ਪ੍ਰਕਾਰ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ, ਮਹਾਰਾਜ ਸੋਧੇ ਸਿੱਧੇ ਉਹਨਾਂ ਗੁਰਮੁਖਾਂ ਨੂੰ ਭਵਸਾਗਰ ਤੋਂ ਪਾਰ ਕਰ ਦਿੰਦੇ ਹੋ। ਨਾਮ ਨਿਧਾਨਾ ਗੁਰਮੁਖ ਪਾਈਐ। ਪਰਮੇਸ਼ਰ ਦਾ ਨਾਮ ਨੌ ਨਿਧੀਆਂ ਦਾ ਖਜ਼ਾਨਾ ਹੈ, ਪਰ ਮਹਾਰਾਜ ਕਹਿੰਦੇ ਗੁਰਾਂ ਦੇ ਮੁਖ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਗਤ ਅੰਦਰ ਭਾਵੇਂ ਜੋ ਝੂਠੇ ਗੁਰੂ ਸਾਧ ਸੰਗਤ ਜੀ ਸੱਚੇ ਬਣਨ ਦਾ ਦਾਅਵਾ ਕਰਦੇ ਹੈ, ਕੋਈ ਕੰਨਾਂ ਵਿੱਚ ਨਾਮ ਦੇ ਮੰਤਰ ਦਿੰਦਾ, ਕੋਈ ਪੁੜੀਆਂ ਵਿੱਚ ਬੰਨ੍ਹ ਕੇ, ਕੋਈ ਪਾਣੀ ਵਿੱਚ ਫੂਕਾਂ ਮਾਰ ਮਾਰ ਦੇਈ ਜਾਂਦਾ, ਪਰ ਇਹਨਾਂ ਅਧੂਰੇ ਗੁਰੂ ਦੇ ਲੜ ਲੱਗ ਕੇ ਕਦੇ ਪੂਰੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਦੇ ਕੀਤੀ ਜਾ ਸਕਦੀ। ਇਸ ਲਈ ਮਹਾਰਾਜ ਕਹਿੰਦੇ ਹਨ, ਨਾਮ ਨਿਧਾਨਾ ਗੁਰਮੁਖ ਪਾਇਆ। ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਅਮੋਲਕ ਨਾਮ ਦੀ ਦਾਤ ਹੈ। ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਹ ਜੀਵ ਪੂਰੇ ਸਤਿਗੁਰਾਂ ਦੇ ਮੁਖ ਦੁਆਰਾ ਨੌ ਨਿਧੀਆਂ ਦਾ ਖਜ਼ਾਨਾ ਨਾਮ ਅੰਮ੍ਰਿਤ ਦੀ ਦਾਤ ਪਾਵਨਾ ਕਰ। ਕਹੋ ਨਾਨਕ ਵਿਰਲੀ ਡੀਠਾ ਜੀਓ। ਹਜੂਰ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ, ਕੋਈ ਵਿਰਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਵਾਹਿਗੁਰੂ ਦੇ ਦੀਦਾਰ ਕੀਤੇ ਹੈ, ਜਿਨ੍ਹਾਂ ਨੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਪ੍ਰਤੱਖ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜਾਣ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੈ। ਉਹ ਕੋਈ ਵਿਰਲੇ ਗੁਰਮੁਖ ਪਿਆਰੇ ਹਨ ਜੋ ਗੁਰਮੁਖ ਪਿਆਰੇ ਹਰ ਸਮੇਂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ, ਪਰਮਾਤਮਾ ਦੇ ਭੈ ਵਿੱਚ ਰਹਿ ਕੇ ਵਾਹਿਗੁਰੂ ਦੀ ਬੰਦਗੀ ਕਰਦੇ ਹੈ, ਪਰਮੇਸ਼ਰ ਦਾ ਪ੍ਰੇਮ ਹਿਰਦੇ ਅੰਦਰ ਧਾਰਨ ਕੀਤਾ ਹੈ। ਐਸੇ ਵਿਰਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੂੰ ਹਜੂਰ ਨੇ ਬਚਨ ਕੀਤੇ ਹਨ, ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ, ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਐਸੇ ਗੁਰਮੁਖਾਂ ਦੀ ਬਹੁਤੀ ਗਿਣਤੀ ਨਹੀਂ ਹੈ ਜੋ ਹਰ ਸਮੇਂ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਕਨੇਰੇ। ਨਾਮ ਨਿਧਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡੀਠਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।